बेशुमार अथाह अगणित अतुल्य ज्यों लहू त्यों नानक दास बोले अगम अगोचर अगम अगोचर सच साहिब मेरा नानक बोले बुलाया तेरा। नानक बोले बुलाया तेरा। सतनाम श्री वाहिगुरु साहिब जीओ। अनुभव अनास त्रित धर तुरास आजान बहो एक सुदाहो। ओंकार आद कथनी अनाद खल खंड ख्याल गुरवर अकाल। घर घर प्रणाम चित चरण नाम अनछिज गात हाजिर नाम बात। अन झंझ गात अन रंज बात अन टुट भंडार अन ठट अपार। आडीठ धर्म अत ढीठ कर्म अनबन अनंत दाता महंत। आडीठ धर्म अत ढीठ कर्म आडीठ धर्म अत ढीठ कर्म अनबन अनंत दाता महंत। वाहिगुरु जी का खालसा वाहिगुरु जी की फतेह। परम सत्कार ते सन्मानयोग चवर छतर तख्त दे मालक जुगो जुग अटल सर्व सांझी वालता दे पैगंबर दीन दुनिया दे राखे मनुखता दे सांझे रहबर गुरता गद्दी ते सुभाईमान हवत पलट के रखे। पवित्र दिलों की जगदी जोत साहिबे कमाल वाली कुल आलम सरवरे कायनात। धन 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 साहिब श्री गुरु ग्रंथ साहब जी महाराज सतगुरां की अपार कृपा बख्शिश रहमत का सदका आप सरबत माई भाई गुरसिख संगत दूर दराडियां तो चल के गुरुद्वारा सिंह शहीदां सुहाना विखे अमृत वेले दे दीवाना च शहीदां दी सरदल ते नतमस्तक होके गुरु गोदी दा आनंद माण रहे हो, अपने जीवन को सफल कर रहे हो। बहुत ही प्यार सत्कार नाल आप जी ने रब्बी गुरबाणी का कीर्तन सरवण किया है। उपरंत हर रोज की तरह सानू गुरमत विचारा करने लई सतगुरां ने समा बख्शिश किया है। श्री जाप साहब की पावन पवित्र बाणी की कथा धन गुरु गोबिंद सिंह साहब महाराज की महान रचना जिहदे विच वारंवार परमात्मा नूं नमस्कार की गई है, साडे नितनेम की बाणी है।
इस पावन बाणी ਦੀ ਵਿਚਾਰ ਨਾਲ ਜੁੜ ਕੇ ਸਾਨੂੰ ਰੱਬੀ ਸਿਧਾਂਤਾਂ ਦਾ ਪਤਾ ਲੱਗਦਾ ਹੈ, ਪ੍ਰਮਾਤਮਾ ਦੇ ਗੁਣਾਂ ਦਾ ਪਤਾ ਲੱਗਦਾ ਹੈ ਔਰ ਵਾਹਿਗੁਰੂ ਦੀਆਂ ਸਿਫਤਾਂ ਸੁਣ ਕੇ ਮਨ ਵਿੱਚ ਇੱਕ ਚਾਅ ਪੈਦਾ ਹੁੰਦਾ ਕਿ ਉਸ ਪਰਮਾਤਮਾ ਨੂੰ ਮਿਲੀਏ, ਉਸ ਵਾਹਿਗੁਰੂ ਤੱਕ ਆਪਣੀ ਪਹੁੰਚ ਬਣਾਈਏ, ਉਸ ਵਾਹਿਗੁਰੂ ਤੱਕ ਆਪਣਾ ਮਿਲਾਪ ਜੋੜੀਏ ਗੁਰੂ ਦੇ ਰਾਹੀਂ। ਇਸ ਤਰ੍ਹਾਂ ਦੀ ਭਾਵਨਾ ਦੇ ਨਾਲ ਅਸੀਂ ਇਸ ਪਾਵਨ ਪਵਿੱਤਰ ਬਾਣੀ ਦਾ ਅਧਿਐਨ ਕਰ ਰਹੇ ਹਾਂ, ਵਿਚਾਰ ਕਰ ਰਹੇ ਹਾਂ। ਸਤਿਗੁਰੂ ਕਿਰਪਾ ਕਰਨ ਸਾਡੇ ਗਾਵੇ ਸੁਣੇ ਬਚਨ ਥਾਏ ਪੈਣ, ਕੋਈ ਕਿਣਕਾ ਮਾਤਰ ਸਾਡੇ ਸਾਰਿਆਂ ਦੇ ਮਨਾਂ 'ਚ ਹਿਰਦਿਆਂ 'ਚ ਵਸ ਜਾਏ। ਜਿਸ ਇੱਕ ਕਿਣਕੇ ਨੇ, ਜਿਵੇਂ ਇੱਕ ਕਿਣਕਾ ਮਾਤਰ ਜਾਗ, ਦਹੀਂ ਦਾ ਜਾਗ ਕਿੰਨੇ ਸਾਰੇ ਦੁੱਧ ਦਾ ਜੀਵਨ ਬਦਲ ਦਿੰਦਾ ਹੈ। ਦੁੱਧ ਭਾਵੇਂ 5 ਕਿਲੋ ਹੋਵੇ, 10 ਕਿਲੋ ਹੋਵੇ, ਪਰ ਜਾਗ ਲਾਉਣ ਵਾਸਤੇ 5-10 ਕਿਲੋ ਦਹੀਂ ਨਹੀਂ ਚਾਹੀਦਾ, ਇੱਕ ਕਿਣਕਾ ਚਾਹੀਦਾ ਤੇ ਉਹਦੇ ਨਾਲ ਹੀ ਦੁੱਧ ਦਾ ਜੀਵਨ ਬਦਲ ਜਾਂਦਾ ਹੈ। ਇਸੇ ਤਰ੍ਹਾਂ ਸਾਨੂੰ ਵੀ ਇੱਕ ਕਿਣਕਾ ਮਾਤਰ ਜੇ ਗੁਰੂ ਦਾ ਨਾਮ, ਗੁਰੂ ਦੀ ਬਖਸ਼ਿਸ਼ ਪ੍ਰਾਪਤ ਹੋ ਗਈ। ਕਿਣਕਾ ਏਕ ਜਿਸ ਜੀਵ ਵਸਾਵੈ, ਤਾਂ ਕਿ ਮਹਿਮਾ ਗਨੀ ਨਾ ਆਵੇ। ਸਾਡੇ ਹਿਰਦੇ 'ਚ ਇੱਕ ਕਿਣਕਾ ਵੀ ਵਸ ਗਿਆ, ਸਾਡਾ ਵੀ ਜੀਵਨ ਬਦਲ ਜਾਏਗਾ। ਸਾਡਾ ਜੀਵਨ ਵੀ ਪ੍ਰਮਾਤਮਾ ਦੇ ਚਰਨਾਂ ਨਾਲ, ਉਹਦੇ ਦਰ ਘਰ ਨਾਲ ਜੁੜ ਜਾਏਗਾ। ਸਤਿਗੁਰਾਂ ਨੇ ਜਿਹੜੇ ਅੱਜ ਬਚਨ ਬਖਸ਼ਿਸ਼ ਕੀਤੇ ਨੇ, ਬਹੁਤ ਮਹਿੰਗੇ ਬਚਨ ਨੇ। ਇਹਦੇ ਵਿੱਚ ਸਤਿਗੁਰਾਂ ਨੇ ਅੱਜ ਫਿਰ ਜਿਹੜਾ ਜ਼ਿਕਰ ਕੀਤਾ, ਓੰਕਾਰ ਆਦਿ। ਓੰਕਾਰ ਸ਼ਬਦ ਆਪਣੇ ਆਪ ਵਿੱਚ ਇੱਕ ਬੜੀ ਗਹਿਰੀ ਵਿਆਖਿਆ ਰੱਖਦਾ ਹੈ। ਓੰਕਾਰ, ਓਮ ਸ਼ਬਦ ਬੜਾ ਪੁਰਾਣਾ ਹੈ, ਸਨਾਤਨ ਧਰਮ ਵਿੱਚ ਵੀ ਵਰਤਿਆ ਗਿਆ, ਕਿਤੇ ਨਾ ਕਿਤੇ ਯੋਗ ਮਤ ਵਿੱਚ ਵੀ ਇਹ ਸ਼ਬਦ ਨੂੰ ਵਰਤਿਆ ਗਿਆ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਆਰੰਭਤਾ ਵੀ ਇੱਕ ਓੰਕਾਰ ਤੋਂ ਹੈ। ਇੱਕ ਓੰਕਾਰ ਜਦੋਂ ਵੀ ਮੰਗਲਾ ਚਰਨ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਆਏ, 4 ਰੂਪਾਂ ਦੇ ਵਿੱਚ ਆਏ, ਚਾਰਾਂ ਵਿੱਚ ਇੱਕ ਓੰਕਾਰ ਆਇਆ, ਤਕਰੀਬਨ 568 ਵਾਰ ਆਇਆ। ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਨੇ ਆਪਣੀ ਪਾਵਨ ਪਵਿੱਤਰ ਬਾਣੀ ਦੀ ਰਚਨਾ ਜਦੋਂ ਕੀਤੀ, ਉਹਨਾਂ ਨੇ ਵੀ ਇੱਕ ਓੰਕਾਰ, ਵਾਹਿਗੁਰੂ ਜੀ ਕੀ ਫਤਿਹ। ਫਿਰ ਜਾਪ ਸਾਹਿਬ ਦੀ ਬਾਣੀ ਵਿੱਚ ਵੀ ਓੰਕਾਰ ਆਦਿ ਕਹਿ ਰਹੇ ਆ, ਪਹਿਲਾਂ ਵੀ ਓੰਕਾਰ ਸ਼ਬਦ ਆਇਆ। ਗੁਰਮਤਿ ਦੇ ਅੰਦਰ ਆ ਕੇ ਓੰਕਾਰ ਦੇ ਅਰਥ ਬੜੇ ਸੋਹਣੇ ਹੋ ਗਏ, ਬੜੇ ਵਿਲੱਖਣ ਹੋ ਗਏ, ਬੜੇ ਸਮਝ ਵਿੱਚ ਆਉਣ ਵਾਲੇ ਹੋ ਗਏ। ਪਹਿਲਾਂ ਓਮ ਸ਼ਬਦ ਜਾਂ ਓੰਕਾਰ ਦੀਆਂ 3 ਡੰਡੀਆਂ ਦਾ ਵਿਚਾਰ, ਜਿਹੜੀ ਉਹਦੀ ਵਿਆਖਿਆ 3 ਦੇਵਤਿਆਂ ਨਾਲ ਜੋੜ ਕੇ ਕੀਤੀ ਜਾ ਰਹੀ ਸੀ, ਬ੍ਰਹਮਾ ਜੀ, ਵਿਸ਼ਨੂੰ ਜੀ, ਮਹੇਸ਼ ਜੀ, ਸ਼ਿਵ ਭਗਵਾਨ। ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਆ ਕੇ ਇੱਕ ਵਿਲੱਖਣ ਬਾਤ ਕੀਤੀ। ਇੱਕ ਤਾਂ ਇਸ ਇੱਕ ਓੰਕਾਰ ਰਾਹੀਂ 3 ਭਾਸ਼ਾਵਾਂ ਵੀ ਸਮਝਾ ਦਿੱਤੀਆਂ, ਇਸ਼ਾਰਿਆਂ ਦੀ ਭਾਸ਼ਾ, ਅੰਕਾਂ ਦੀ ਭਾਸ਼ਾ, ਅੱਖਰਾਂ ਦੀ ਭਾਸ਼ਾ। ਦੂਸਰਾ, ਅਗੇਤਰ ਏਕਾ ਲਾ ਕੇ, ਗਿਣਤੀ ਦਾ ਏਕਾ ਲਾ ਕੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਚਲੋ ਜੇ ਤੁਹਾਡਾ ਮਤ, ਤੁਹਾਡਾ ਸਿਧਾਂਤ ਇਹ ਕਹਿੰਦਾ ਕਿ 3 ਦੇਵਤੇ ਆ ਜਿਹੜੇ ਸੰਸਾਰ ਨੂੰ ਜਨਮ ਦੇ ਰਹੇ ਆ, ਪਾਲ ਰਹੇ ਆ ਤੇ ਚਲਾ ਰਹੇ ਆ, ਅਲੱਗ-ਅਲੱਗ ਉਹਨਾਂ ਕੋਲੇ ਇਹ ਜ਼ਿੰਮੇਵਾਰੀਆਂ ਨੇ। ਸਤਿਗੁਰੂ ਕਹਿੰਦੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਇਹ ਤਿੰਨਾਂ ਨੂੰ ਪੈਦਾ ਕਰਨ ਵਾਲਾ ਵੀ ਕੋਈ ਹੈ, ਜਿਹਨੇ ਇਹ ਤਿੰਨਾਂ ਨੂੰ ਭੇਜਿਆ ਜਾਂ ਆਪਣੀ ਕੋਈ ਬਖਸ਼ਿਸ਼ ਦਿੱਤੀ, ਰਹਿਮਤ ਦਿੱਤੀ। ਇਹਨਾਂ ਤਿੰਨਾਂ ਦਾ ਮਾਲਕ ਵੀ ਅਕਾਲ ਪੁਰਖ ਪਰਮਾਤਮਾ ਹੈ। ਉਹ ਇੱਕੋ ਹੀ ਹੈ, ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਏਕ ਸਿਮਰ, ਏਕ ਸਿਮਰ, ਏਕ ਸਿਮਰ ਪਿਆਰੇ। ਸਾਨੂੰ ਇੱਕ ਨਾਲ ਜੁੜਨ ਦਾ ਉਪਦੇਸ਼ ਹੈ, ਇੱਕ ਦੇ ਗੁਣ ਗਾਉਣ ਦਾ ਉਪਦੇਸ਼ ਹੈ, ਇੱਕ ਦਾ ਨਾਮ ਸੁਣਨ ਦਾ ਉਪਦੇਸ਼ ਹੈ, ਇੱਕ ਦੀ ਆਰਾਧਨਾ ਕਰਨ ਦਾ ਉਪਦੇਸ਼ ਹੈ, ਇੱਕ ਤੇ ਭਰੋਸਾ ਰੱਖਣ ਦਾ ਉਪਦੇਸ਼ ਹੈ। ਦੂਜੇ ਲਈ ਤਾਂ ਮਹਾਰਾਜ ਕਹਿੰਦੇ ਦੂਜਾ ਕਾਹੇ ਸਿਮਰੀਐ ਜੋ ਜੰਮੈ ਤੇ ਮਰ ਜਾਏ।
ਇਸ ਤਰ੍ਹਾਂ ਦੇ ਕਿਸੇ ਨਾਲ ਵੀ ਕੋਈ ਆਪਣਾ ਸੰਬੰਧ ਨਾ ਜੋੜ ਲਈ ਜਿਹੜਾ ਜਨਮ ਮਰਨ ਦੇ ਵਿੱਚ ਹੈ। ਪਰਮਾਤਮਾ ਨੇ ਜਨਮ ਮਰਨ ਵਿੱਚ ਨਹੀਂ ਆਉਣਾ, ਉਹ ਹੈ ਹੀ ਨਹੀਂ। ਉਹ ਸਦੀਵ ਹੈ, ਉਹ ਜੁਗੋ ਜੁਗ ਅਟਲ ਹੈ। ਇੱਕ ਓੰਕਾਰ ਕਹਿ ਕੇ ਸਤਿਗੁਰਾਂ ਨੇ ਕਹਿ ਦਿੱਤਾ ਵੀ ਓੰਕਾਰ ਨਹੀਂ ਭਾਈ, ਇਹ ਸਾਰੀ ਸ੍ਰਿਸ਼ਟੀ ਸਾਡੀ ਹੈ। ਓੰਕਾਰ ਆਦਿ, ਜਿਹਨੇ ਸਾਰੀ ਸ੍ਰਿਸ਼ਟੀ ਸਾਡੀ, ਉਹਦੇ ਆਪਦੇ ਆਦਿ ਦਾ ਕਿਸੇ ਨੂੰ ਨਹੀਂ ਪਤਾ। ਉਹਨੇ ਸ੍ਰਿਸ਼ਟੀ ਕਦੋਂ ਸਾਜੀ ਇਹ ਵੀ ਕਿਸੇ ਨੂੰ ਨਹੀਂ ਪਤਾ, ਪਤਾ ਲੱਗ ਵੀ ਨਹੀਂ ਸਕਦਾ। ਪਤਾ ਲਾਉਣ ਵਾਲਿਆਂ ਨੇ ਬੜਾ ਯਤਨ ਕੀਤਾ, ਬ੍ਰਹਮਾ ਜੀ ਨੇ ਬੜਾ ਯਤਨ ਕੀਤਾ, ਪਰ ਥੱਕ ਗਏ। ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਭਾਲ ਥਕੇ ਵੇਦ ਕਹਿਨਿਕ ਵਾਤ। ਵੇਦ ਲੱਭਦੇ ਲੱਭਦੇ ਇਸ ਗੱਲ ਤੇ ਨਿਰਣਾ ਦੇ ਗਏ ਕਿ ਲੱਖਾਂ ਹੀ ਪਤਾਲ ਤੇ ਲੱਖਾਂ ਹੀ ਆਕਾਸ਼ ਨੇ, ਕੋਈ ਪਾਰਾਵਾਰ ਨਹੀਂ ਹੈ। ਇਹ ਗੁਰੂ ਨਾਨਕ ਸਾਹਿਬ ਨੇ ਨਹੀਂ ਕਿਹਾ, ਇਹ ਵੇਦਾਂ ਦੀ ਵਿਚਾਰ ਹੈ। ਇਦਾਂ ਦੇ ਬੜੇ ਯਤਨ ਕੀਤੇ ਗਏ, ਪਰ ਸਤਿਗੁਰੂ ਪਾਤਸ਼ਾਹ ਕਹਿੰਦੇ ਭਾਈ ਮੈਂ ਕਹਿ ਰਿਹਾ ਤੁਹਾਨੂੰ ਸਾਰਿਆਂ ਨੂੰ ਕਿ ਪ੍ਰਮਾਤਮਾ ਸਮਰੱਥ ਹੈ, ਸਰਬ ਸ਼ਕਤੀਮਾਨ ਹੈ, ਸਭ ਤੋਂ ਵੱਡਾ ਹੈ, ਸਭ ਤੋਂ ਉੱਚਾ ਹੈ, ਸਭ ਤੋਂ ਪ੍ਰਥਮ ਹੈ। ਉਹਦੇ ਤੋਂ ਪਹਿਲਾਂ ਕੁਝ ਵੀ ਨਹੀਂ। ਇਹ ਸਾਰਾ ਬ੍ਰਹਿਮੰਡ ਜੋ ਵੀ ਸਿਰਜਿਆ ਇਹ ਉਸ ਇੱਕ ਨੇ ਸਿਰਜਿਆ। ਦੱਖਣੀ ਓੰਕਾਰ ਦੀ ਬਾਣੀ, ਸਾਡੇ ਤਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ ਇੱਕ ਬਾਣੀ ਦਾ ਨਾਮ ਹੀ ਦੱਖਣੀ ਓੰਕਾਰ ਹੈ। ਓੰਕਾਰ ਸ਼ਬਦ ਬੜਾ ਗੰਭੀਰ ਹੈ। ਓੰਕਾਰ ਸ਼ਬਦ ਦੀ ਵਿਆਖਿਆ ਬੜੀ ਗਹਿਰਾਈ ਦੇ ਵਿੱਚ ਹੈ। ਇੱਥੇ ਆ ਕੇ ਸਤਿਗੁਰਾਂ ਨੇ ਇੱਕ ਨਵਾਂ ਸਿਧਾਂਤ, ਇੱਕ ਓੰਕਾਰ ਦਾ ਨਵਾਂ ਸਿਧਾਂਤ ਦੁਨੀਆ ਦੇ ਸਾਹਮਣੇ ਰੱਖ ਦਿੱਤਾ। ਏਕਾ ਅੱਗੇ ਲਾ ਕੇ ਗੱਲ ਬਿਲਕੁਲ ਨਵੀਂ ਹੋ ਗਈ, ਗੱਲ ਬਿਲਕੁਲ ਵਿਲੱਖਣ ਹੋ ਗਈ ਔਰ ਪੂਰੀ ਤਰ੍ਹਾਂ ਸਪਸ਼ਟ ਹੋ ਗਿਆ। ਜੇ ਓੰਕਾਰ ਦੇ ਵਿੱਚ ਤੁਸੀਂ ਤਿੰਨ ਦੇਵਤਿਆਂ ਦਾ ਜ਼ਿਕਰ ਕਰ ਰਹੇ ਹੋ, ਅੱਗੇ ਊੜੇ ਦਾ ਮੂੰਹ ਖੁੱਲਾ ਹੈ, ਇਸ਼ਾਰਾ ਹੈ। ਇਸ਼ਾਰਾ ਕੀ ਹੈ? ਜਿੰਨਾ ਵੀ ਬ੍ਰਹਿਮੰਡ ਹੈ, ਇਹ ਤਿੰਨਾਂ ਤੋਂ ਬਿਨਾਂ ਵੀ ਜਿੰਨਾ ਬ੍ਰਹਿਮੰਡ ਹੈ, ਇਹ ਸਾਰਾ ਬ੍ਰਹਿਮੰਡ ਉਸ ਇੱਕ ਨੇ ਸਿਰਜਿਆ। ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਇੱਕ ਮਾਇਆ, ਇਹ ਵੀ ਉਸ ਨੇ ਪੈਦਾ ਕੀਤੀ। ਤਿੰਨ ਚੇਲੇ ਬ੍ਰਹਮਾ ਵਿਸ਼ਨੂੰ ਮਹੇਸ਼, ਇਹ ਵੀ ਉਸ ਇੱਕ ਨੇ ਪੈਦਾ ਕੀਤੇ। ਕਿਉਂਕਿ ਇਹਦੇ ਵਿੱਚ ਆ ਗਿਆ ਜਿਵ ਤਿਸ ਭਾਵੈ ਤਿਵੈ ਚਲਾਵੈ, ਜਿਵ ਹੋਵੈ ਪ੍ਰਮਾਣ। ਇਹ ਤਿੰਨ ਦੇਵਤੇ ਵੀ ਉਸ ਪਰਮਾਤਮਾ ਦੇ ਹੁਕਮ ਵਿੱਚ ਚੱਲ ਰਹੇ। ਉਹਦੇ ਹੁਕਮ ਤੋਂ ਕੋਈ ਬਾਹਰ ਜਾ ਹੀ ਨਹੀਂ ਸਕਦਾ। ਨਾ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ। ਉਹਨੇ ਜਿਹੜਾ ਇੱਕ ਧਰਮ ਕਾਨੂੰਨ ਦੇ ਦਿੱਤਾ, ਧਰਮ ਰੂਪੀ ਕਾਨੂੰਨ ਸਾਨੂੰ, ਧਰਮ ਰਾਏ ਜਿਹਨੂੰ ਅਸੀਂ ਕਹਿੰਦੇ ਆ, ਕਿਹਦਾ ਰਾਜ ਹੈ? ਰਾਜ ਦਾ ਮਤਲਬ ਰਾਜਾ। ਧਰਮ, ਰਾਜਾ ਕੌਣ ਹੈ? ਧਰਮ। ਧਰਮ ਕੀ ਹੈ? ਕਾਨੂੰਨ। ਕਾਨੂੰਨ ਕੀ ਹੈ? ਨਿਯਮ। ਨਿਯਮ ਕੀ ਹੈ? ਮਰਿਆਦਾ, ਡਿਸਪਲਿਨ। ਇਹ ਸਾਰੀਆਂ ਗੱਲਾਂ, ਚਲੋ ਸਾਡੀ ਧਰਮ ਦੀ ਬੋਲੀ ਵਿੱਚ ਮਰਿਆਦਾ, ਵੈਸੇ ਨਿਯਮ ਜਾਂ ਕਾਨੂੰਨ ਕਿਹਾ ਜਾਂਦਾ। ਰੱਬ ਦਾ ਇੱਕ ਨਿਯਮ, ਇੱਕ ਕਾਨੂੰਨ ਹੈ ਜਿਹਦੇ ਵਿੱਚ ਸਾਰਾ ਬ੍ਰਹਿਮੰਡ, ਦੇਵੀ ਦੇਵਤੇ, ਪੀਰ ਪੈਗੰਬਰ, ਸੰਤ ਮਹਾਪੁਰਸ਼, ਗੁਰੂ ਸਾਰੇ ਹੀ ਉਸ ਨਿਯਮ ਦੇ ਅੰਦਰ ਚੱਲੇ ਆ। ਤੇ ਚੱਲਣਾ ਪੈਣਾ ਹੀ ਸੀ, ਕਿਉਂਕਿ ਉਹਦੇ ਹੁਕਮ ਤੋਂ ਬਾਹਰ ਕੋਈ ਜਾ ਹੀ ਨਹੀਂ ਸਕਦਾ। ਜੇ ਉਹਦੇ ਹੁਕਮ ਨੂੰ ਤੋੜਨ ਦੀ ਗੱਲ ਹੁੰਦੀ, ਫਿਰ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਤੱਤੀ ਤਵੀ ਠੰਡੀ ਕਰ ਦੇਣੀ ਸੀ। ਚਾਰ ਜੰਗਾਂ ਲੜਨ ਦੀ ਲੋੜ ਨਹੀਂ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਆਨੰਦਪੁਰ ਦਾ ਕਿਲਾ ਛੱਡਣ ਦੀ ਲੋੜ ਨਹੀਂ ਸੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੂੰ ਦਿੱਲੀ ਚਾਂਦਨੀ ਚੌਕ ਜਾਣ ਦੀ ਲੋੜ ਨਹੀਂ ਸੀ। ਪਰਮਾਤਮਾ ਦਾ ਹੁਕਮ ਹੀ ਐਵੇਂ ਸੀ। ਉਸ ਵਾਹਿਗੁਰੂ ਨੇ ਇਹ ਵਿਧੀ ਵਿਧਾਨ ਹੀ ਇਸ ਤਰ੍ਹਾਂ ਬਣਾਇਆ ਸੀ ਤੇ ਇੱਕ ਇਤਿਹਾਸ ਵੀ ਬਣਨਾ ਸੀ। ਤੇ ਗੁਰੂ ਸਾਹਿਬਾਨਾਂ ਨੇ ਉਸ ਪਰਮਾਤਮਾ ਦੇ ਨਿਯਮ ਨੂੰ ਤੋੜਿਆ ਨਹੀਂ, ਬਲਕਿ ਮੰਨਿਆ ਹੈ। ਇਹ ਵੀ ਕਹਿ ਦਿੱਤਾ, ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ। ਭਾਣਾ ਵੀ ਤਾਂ ਹੁਕਮ ਹੈ, ਰਜ਼ਾ ਹੈ, ਇੱਕ ਨਿਯਮ ਵਿੱਚ ਚੱਲਣ ਦੇ ਬਚਨ ਨੇ। ਇਹ ਉਹੀ ਮੇਰਾ ਸਖਾ ਸੰਬੰਧੀ ਮਿੱਤਰ ਦੋਸਤ ਭੈਣ ਭਰਾ ਸਿੱਖ ਗੁਰਸਿੱਖ ਉਹੀ ਹੈ ਜਿਹੜਾ ਹੁਕਮ ਵਿੱਚ ਚੱਲੇਗਾ। ਤੇ ਜਿਹੜਾ ਇਸ ਨਿਯਮ ਨੂੰ ਤੋੜੇਗਾ, ਆਪਣ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ। ਇੱਕ ਦਰਖਤ ਨਾਲੋਂ ਪੱਤਾ ਟੁੱਟ ਜਾਏ, ਦਰਖਤ ਨੂੰ ਕੀ ਫਰਕ ਪੈਣ ਲੱਗਿਆ? ਪੱਤੇ ਦਾ ਕੀ ਹੋਏਗਾ? ਇੱਕ ਪਾਣੀ ਦਾ ਵੇਗ, ਝਰਨਾ ਵਗ ਰਿਹਾ, ਉਹਦੇ ਚ ਇੱਕ ਕਤਰਾ ਬੂੰਦ ਇੱਕ ਸਾਈਡ ਤੇ ਨਿਕਲ ਗਈ, ਝਰਨੇ ਨੂੰ ਕੀ ਫਰਕ ਪੈਣ ਲੱਗਿਆ? ਫਰਕ ਤਾਂ ਉਸ ਬੂੰਦ ਨੂੰ ਪੈਣਾ। ਜੇ ਅਸੀਂ ਨਿਯਮ ਤੋੜ ਕੇ ਆਪਣੀ ਮਰਜ਼ੀ ਕਰਾਂਗੇ, ਰੱਬ ਨੂੰ ਕੋਈ ਫਰਕ ਨਹੀਂ। ਉਹਦੇ ਕਾਨੂੰਨ, ਨਿਯਮ, ਮਰਿਆਦਾ, ਉਹਦੇ ਐਡੇ ਵੱਡੇ ਸੰਸਾਰ ਬ੍ਰਹਿਮੰਡ ਨੂੰ ਕੋਈ ਫਰਕ ਨਹੀਂ। ਲੇਕਿਨ ਸਾਡਾ ਕੀ ਹਸ਼ਰ ਹੋਏਗਾ? ਜਿਹੜੇ ਪੱਤੇ ਟੁੱਟ ਕੇ ਜ਼ਮੀਨ ਤੇ ਡਿੱਗਦੇ ਆਪਣੇ ਆਪ, ਨਿਯਮ ਕਈ ਵਾਰ ਟੁੱਟ ਜਾਂਦਾ ਹੈ ਤੇ ਲੋਕ ਪੈਰਾਂ ਥੱਲੇ ਲਤੜ ਕੇ ਲੰਘ ਜਾਂਦੇ ਆ।
ਦੁਨੀਆ ਜੋ ਹਸ਼ਰ ਕਰਦੀ ਆਪਾਂ ਨੂੰ ਪਤਾ ਹੈ, ਜਿਹੜਾ ਗੁਰੂ ਨਾਲੋਂ ਟੁੱਟੇਗਾ, ਪਰਮਾਤਮਾ ਤੋਂ ਦੂਰ ਜਾਣ ਦਾ ਯਤਨ ਕਰੇਗਾ, ਆਪਣ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ ਚੋਟਾਂ ਨੇ, ਠੋਕਰਾਂ ਨੇ, ਇੱਥੇ ਵੀ ਉੱਥੇ ਵੀ। तो उस एक ओंकार परमात्मा ने यह सारा कुछ पैदा किया। महाराज कह रहा दक्षिणी ओंकार की बाणी विच ओंकार उत्पत्ति कहते ने सर्व व्यापक परमात्मा ने इस संसार की उत्पत्ति की। उत्पत्ति भी किवें कीती? कीता पसाओ एको कवाओ, एक बचन एक कवाओ, कवाओ का मतलब बचन। इउं समझ आउंदा परमात्मा एक बचन बोलिया, वाहिगुरु के मुख तो एक बचन निकलिया, इन्ना वड्डा ब्रह्मांड सिरजिया गया। एक विद्वान कहता इउं लगता जिवें परमात्मा का मूँह संसार नूं बनाउण वाली फैक्टरी बन गया हो। एक बचन नाल एडा वड्डा ब्रह्मांड, इन्ना वड्डा ब्रह्मांड सिरजता। और यह भी गल याद रखनी, जे एक बचन नाल इन्ना वड्डा ब्रह्मांड सिरजिया गया, इको ही बचन नाल खत्म भी हो सकता। खत्म करने लई इहनूं कोई साल सदियां नहीं लगणियां, इहनूं युग नहीं लगने। एक बचन नाल जे पैदा होया, उहदे एक बचन नाल सब कुछ खत्म भी हो सकता है। एडी वड्डी ताकत उहदे बचनां च। तो सतगुरु पातशाह कहंदे ओंकार उत्पत्ति किया दिन सब राती, आ दिन ते रात भी उसने बनाए। एक ओंकार, ओंकार आदि, ओहदा नहीं पता वो कदों बनया, उन्हें समा कदों बनाया, दिन ते रात कदों बनाई, लेकिन बनाई उसने। जिन दिन करके कीती रात। वण तृण त्रिभुवन पानी, जिन्ने वण करीर जंड जंगल वनस्पति तुसीं वेखदे हो, यह भी उसने बनाई। त्रिभुवन तिन्ना भवनां नूं उन्हें उस परमात्मा ने साजिया। तीन भवनां विच वसन वाले जीव उन्हें साजे। पानी, पानी भी उहदी दात है, पहला पानी जियो है, यह कुदरती स्रोत है। सब कुछ परमात्मा ने पैदा किया है। यह सारी कुदरत का मालक वो परमात्मा आप है। ओंकार में इसलिए थोड़ा जिहा इस शब्द से ध्यान दिता, क्योंकि यह शब्द बड़ा पुराना है, पर सिख धर्म के अंदर गुरमत के अंदर आके यदी विचारधारा बड़ी निवेकली हो जाती है। बाकियां ने यदी विचार कोई लंबी चौड़ी नहीं की, वो तीन देवतियां नाल जोड़ के उत्थे खत्म कर दी। वो सत्कार योग ने। ब्रह्मा जी वर्गी भगती कौन करेगा? शिव भगवान वर्गा ध्यान कौन ला सकता है? महाराज ने बड़िया उदाहरण दी शिव भगवान के ध्यान दियां। देवते ने, देवते का मतलब जिन्हों के अंदर नाम का दीवा जगया होया। पर गुरु नानक साहब कहते मैं उन्होंने कंडेम नहीं कर रहा, मैं उन्होंने इग्नोर या कोई उन्होंने नीवा नहीं कर रहा। मैं तो इन्ना ही कह रहा भाई, मैनू भी उन्होंने देवतियों भी, तुहानू सानू सारियां नू उस एक परमात्मा ने साजिया। ये नहीं साज रहे दुनिया नू। इन्हां चों ना किसी को दुनिया पैदा करने का कोई हक है, ताकत है, ना चलाउण दा हक ते ताकत है, ना इनू खत्म करने का किसी को हक ते ताकत है। सारियां ताकतां वाहिगुरु दे हक विच। मारे रख है एक वो आप, वो मारदा भी है, जन्म भी दिंदा। रख वो सारा कुछ आप कर रहा है। चार वेद चारे खानी, जेडे चार वेद ने ब्रह्मा जी की रसना ते बैठ के ये भी परमात्मा ने उच्चारण किए। चार खानियां भी उसने बनाईया, अंडज जेरज उत्पुज सेतज। ये चारे खानियां दे रहे। चलो गुरु नानक साहब ने कहा केतियां खानी केतियां बाणी, लेकिन चार खानियां ने, जिन्ना चार खानियां दे राही संसार की उत्पत्ति हुई, ब्रह्मांड की उत्पत्ति हुई, ये भी उस परमात्मा ने साजिया। खंड दीप सब लोहा। खंड का मतलब होंदा टुकड़े। जिन्ने भी ब्रह्मांड विच टुकड़े ने, देशां दे टुकड़े ने, धरतियां दे टुकड़े ने, अलग अलग टापू ने, ये सारे उस परमात्मा ने साजे। खंड दीप सब लोहा। जिन्ने भी ये लो ने, लो का मतलब लोक, मात लोक, पाताल लोक, आकाश लोक, ये भी उस परमात्मा ने साजे। ते होया किवें? आ बचन हुण ध्यान नाल सुणियो। दक्षिणी ओंकार विच महाराज कह रहा, गुरु गोबिंद सिंह कह रहा ओंकार आद, ते दक्षिणी ओंकार च महाराज कह रहा एक कवावे ते सब होआ। कवावे बचन, कीता बसाओ एक कवाओ, एक कवावे ते सब हुआ। इको ही बचन दे नाल आ सारा कुछ परमात्मा ने साज दिता। उस वाहिगुरु ने यह सिरज दिता। यह सब उस परमात्मा की भाई बख्शिश है, उस अकाल पुरख वाहिगुरु की बख्शिश है, जिस परमात्मा ने ओंकार किया जिन चित।
ओंकार ब्रह्मा उत्पत्त, ओंकार किया जिन चित, ओंकार सैल जुग भय, ओंकार वेद निर्मय, ओंकार शब्द उदरे, ओंकार गुरमुख तरे, ओनम अखर सुनो विचार। मारे कहते इस अखर की विचार सुनो, बड़ी गंभीर है, बड़ा विशाल है ये शब्द, बड़ी इहदी विचार। ओनम अखर सुनो विचार। तुसी अपने चाकड़ियां दियां, मारे कह रहे ने उन्हां दियां पट्टियां उत्ते लफ्ज ओम नमः जिहड़ा लिखिया है। गुरु नानक साहब जो पढ़न गए आ, उन्होंने एक शब्द लिखिया सी, एक अखर लिखिया, मारे कहंदे इहदे अर्थ की ने? वो कहंदे जी एक दे अर्थ तो हो नहीं सकते, दो तीन अखर रल के एक शब्द बन तां इहदे जिहड़े ने वो असीं अर्थ दस सकते हैं। एक दे अर्थ की दसीए? मारे कहंदे जिहदा अर्थ कोई नहीं बनता, इहो जे बेमैने अखर मैं नहीं पढ़ने, मैनूं तां ओह पढ़ाओ जिहदा मीनिंग बनता। तुसीं कहंदे एक दा मतलब कोई नहीं, एक दा तां मतलब ही बहुत वड्डा। कहंदे तुसीं दसो, गुरु नानक साहब हुण जिन्हां तो पढ़न गए आ उन्हां नूं पढ़ा रहे हैं। मारे कहंदे एक दा अर्थ भाई एक परमात्मा, एक वाहिगुरु, एक अकाल पुरख जिहदे हुक्म विच सारा ब्रह्मंड साजिया गया। तुसीं उस परमात्मा की जिहड़ी है, तुहानूं लग रहा कि उस वाहिगुरु का परमात्मा का इस एक का कोई अर्थ नहीं है। एक दे तां अर्थ यह है कि यह सारा ब्रह्मंड उस एक वाहिगुरु ने साजिया, उस परमात्मा ने साजिया। जिहदे तो पढ़न गए उस नूं पढ़ा आए, ते होया एक बचन तो है, एक लफज दो, एक बचन रब बोलिया, एक बचन नाल सब कुछ साज दिता। एक बचन नाल उस परमात्मा ने सारा कुछ साज दिता। और दूसरी गल, हुण वो परमात्मा आप किवें वरत रहा? ओंकार वाहिगुरु एक ओंकार है, उन्हें सब साजिया। हुण अपनी सत्ता किवें वरता रहा, अपना हुक्म किवें चला रहा, अपना हुक्म जीव नूं समझा किवें रहा? उन्हें अपना हुक्म सतगुरु दे राही, सतगुरु विच वरत के, सतगुरु की रसना ते बैठ के सारे ब्रह्मांड नूं दस दिता कि आ रब दा नाम है, आ परमात्मा दा नाम है। वो नाम जिस नाम की ताकत नाल रब दा ही नाम है, वो नाम नामी नाम होके वरत रहा है। एक वो नाम हुक्म है, ਉਹਦਾ नाम ही हुक्म है, तो हुक्म ही नाम है, नाम ही मर्यादा है, मर्यादा ही नाम है। उन्हें इदां दे सिस्टम विच नाम के धारे सगले जंत, नाम के धारे खंड ब्रह्मंड, जिहड़ा असीं दक्षिणी ओंकार विच शब्द पढ़िया, इत्थे भी महाराज कह रहा उत्थे ओंकार परमात्मा ने साधिया। ते हुण ये चल कदे आसरे रहे ने कि ग्रैविटी जिवें सूरज ते धरती की एक ग्रैविटी एक खिच है, समुद्रां दे पानी ते चंद्रमा की खिच है, जदों खिच वजदी है जवार भाटे आउंदे आ, इस तरह परमात्मा ने एक खिच पा के, नाम की खिच पा के इस धरती नूं पानी दे उत्ते रखिया होया। पानी दे उत्ते मिट्टी टिका के विखाओ। परमात्मा ने धरती हेठ वसंदा पानी, भाई गुरदास साहब कहते इस धरती दे हेठां पानी आ, पानी उत्ते धरती, धरती उत्ते कितना कुछ दुनिया ने बना लिया, लेकिन यह धरती कादे आसरे खड़ी है? ते बड़िया ने इत्थे विचार दिती जी, कोई थल्ले घतौल बलद खड़ा उहदे ते खड़ी है। फिर वो बलद कादे ते खड़ा? कहते एक धरती होर है, वो कादे ते खड़ी है? वो धौल किन्नियां क धरतियां, किन्ने घतौल बलद खड़े आ। ते जे असीं ये गल मान लईए कि धौल धर्म दया का पूत, संतोख थाप रखिया जनसूत, परमात्मा ने एक जिहड़ा हुक्म दा सूत्र धार, एक नियम, एक मर्यादा डिसिपलिन बना दित्ती। उस नियम ने इस धरती नूं नाम ते हुक्म उहदी ताकत नाल खड़ा के रखिया। बिन थामे गगन रहाया, एडा वड्डा आकाश बिना थम्मा तो खड़ा है। ये परमात्मा सर्वशक्तिमान है, ये कुछ भी कर सकता। प्रभ भावै बिन सास ते रखै, बिना श्वासां तो भी जीवित रख सकता है। प्रभ भावै तां पाथर तरावै, पत्थरां नूं भी तार सकता है, एडा समर्थ है। तां ही महाराज ने उदाहरण लई ना, जेता समुद्र सागर नीर भरिया, तेते औगण हमारे, दया करो किस मेर उपावो डुबदे पत्थर तारे। तुसीं डुबदे पत्थरां नूं तारन वाले हो, पत्थर वर्गे मनां नूं तारन वाले हो, पत्थर वर्गे हिरदे जिहड़े लोग ही पत्थर पूज पूज के पत्थर हो चुके, तुसीं उन्हां दे अंदरों भी पिघला दिते शब्द दी, उन्हां नूं शब्द दे नेड़े ला के अंदरों इहो जे पिघलाए, उन्हां दे अंदर शब्द वस गया।
ये नाम की ताकत है भाई। नाम के तारे सिमरत वेद पुराण, नाम के तारे सुनन ज्ञान ध्यान, नाम के तारे आकाश पताल, नाम के तारे सगल आकार, ये सारा कुछ उस नाम के आसरे है। नाम के तारे पुरिया सब भवन, जिन्नियां पुरियां 27 पुरियां का जिक्र होता है। पुरी पुरी बसंता सापुरसा, जिन्नियां भी पुरियां ने वो पुरियां विच भी आप वस रहा है। जिन्ने भवन ने भवनां विच आप वस रहा, जिन्ने दीप लोक खंड ब्रह्मंड सारियां थावां ते आप वरत रहा। नाम कै संग उधरे सुन श्रवण, कर कृपा जिस अपने नाम लाए, नानक चौथे पद में सो जन गत पाए। जिन्हों उस परमात्मा ने इस गल की सोझी दे दी, उस वाहिगुरु ने इस गल की सोझी दे दी कि यह सब कुछ नाम दे आसरे है, सारा कुछ उस परमात्मा ने साजिया। फिर वो गुरु कोल आउंदा है, गुरु अगे अरदास करदा, सतगुरु जिस परमात्मा के हुक्म विच सारा ब्रह्मांड पैदा होया, जिहदे हुक्म विच चल रहा, मैनू कोई समझ नहीं आ रही, बस कृपा करो मैनू उहदे नाल मिला दिओ, मेरा मिलाप उहदे नाल करा दिओ। फिर सतगुरु शब्द दे राही, शब्द गुरु सुरत तुन चेला की खेड वरतदी है। सतगुरु शब्द दिंदे आ, शब्द दे पिछे पिछे सुरत तुरदी है। फिर यह शब्द कित्थों आया? परमात्मा के घर तो आया। जिथों यह शब्द आया सुरत नूं भी उत्थे लै जांदा। इन्ने सौखे तरीके नाल सतगुरां ने यह सारा कुछ कर दिता। और महाराज कहंदे आ भाई इहदे लई साधना है, इहदे लई अभ्यास है, इहदे लई कमाई है, इहदे लई हर रोज तेनू जिहड़ा नेम दिता सो भलके उठार नाम ध्यावे दा कंसैप्ट कह। हर रोज भलक ने आउणा, इहदा मतलब तू हर रोज नाम भी जपना, हर रोज उन्हें याद भी करना। जे हर रोज तेनू नींद चाहिए है, तेनू खाना चाहिए, हर रोज सारा कुछ शरीर लई चाहिए, तो मन नूं भी तो कुछ चाहिए ना। ओहदी खुराक की है? मन की खुराक गुरबाणी, मन की खुराक नाम है, मन की खुराक भजन है, मन की खुराक सिमरन है। इसलिए उस परमात्मा की याद विच जुड़, उन्हें याद रख, उठदा बहिंदा सौंदा जागदा उन्हें याद रख, क्योंकि उस परमात्मा के हुक्म विच ये सारा कुछ चल रहा, उस वाहिगुरु के हुक्म विच ये सारा कुछ चल रहा। ओंकार आद एक परमात्मा ने सारे ब्रह्मांड नूं आप सिरजिया। वो कदों कदा है? परमात्मा कदों कदा? तू सदा सलामत परमात्मा जिहड़ा सदा सलामत रहने वाला वाहिगुरु है, कह ना सकै कोल तू कद का, कोई कह ही नहीं सकता तू कदों मैं। तेरा नाम जप के, तेरी व्याख्या करके, सुन के कोई लाभ उठा सकता है, कोई लाभ प्राप्त कर सकता है, पर यह नहीं कोई दावा कर सकता तू कदों पैदा होया, कदों इस समय का मुढ़ बजया, कदों ये युग शुरू हुए, कदों दिन रात शुरू हुए, कदों ये समय की गल शुरू हुई, किसी को कुछ नहीं पता। लेकिन पैदा सारा कुछ तू किया है। तो इसलिए सतगुरु कह रहे हैं, आज ये बचन अज इथों शुरू हो रहा। अन भव अनास 166 नंबर छंद है जाप साहब के अंदर। अन भव अनास, परमात्मा जेड़ा तेरा ज्ञान है, तेरे कोले अनभवी ज्ञान है, और वो ज्ञान अनास, नास का मतलब नाश होने वाला, अनास आड़ा गित्र बाणी के अंदर जदों आड़ा अगे लग जाता है, बिल्कुल अर्थ उहदे ओपोजिट हो जाते हैं। मृत्यु, मृत की कहने? मृत्यु मौत, ते अगे आड़ा लग गया अमृत, मौत तो रहत। सतगुरु का नाम जिहड़ा है आत्मिक तौर पर सानू मरण नहीं दिंदा। मौत 4-5 तरह की है। एक तो शरीरक मौत है, सबनों पता है, जद कि यह शरीर जामा, यह साडा जामा बदलिया जाता, मौत तो हो ही नहीं रही, अगला जामा फिर तैयार हो गया। आत्मा तो उस तरह सफर विच है। एक शरीर, चलो साडे शब्द ने शरीरक मौत है। कोई बंदा राजनीति दे विच फेल हो गया बुरी तरह, कोई पार्टी उन्होंने चल नहीं रही, हार रहा है, वह कहने राजनीतिक मौत हो गई। किसी का समाजिक तौर पर बाईकाट हो गया, अपने भाईचारे ने बाईकाट कर दिता, कोई भी कारण होया ते वो कहने समाजिक तौर पर मर गया। एक आर्थिक मौत है, आर्थिक तौर पर किसी का दिवालियापन निकल जाए, पूरी तरह लक टुट जाए, सारा कुछ बिक जाए, दाह ते लग जाए, कोई कुछ रवे ना, रोड पे आ जाए, कहने आर्थिक मौत हो गई। ते एक रूहानियत मौत है, आत्मिक मौत है, जिहदा परमात्मा नालों संबंध टुट गया, जिहदा वाहिगुरु दे नालों संबंध टुट गया, जिहदा उस रब्बी याद नालों संबंध टुट गया। आखा जीवा विसरै मर जाओ, वह मर गया। जीवत पेखे जिन्नी हर हर ते आया, वह जिउंदे वेखे गए, जिन्हां ने नाम जपिया वह जान तो बाद भी जिउंदे आ।
ਸਰੀਰ ਜੇ ਗੁਜ਼ਰ ਗਿਆ ਨਾ, ਜਾਮਾ ਉਹ ਪ੍ਰਮਾਤਮਾ ਕਹਿੰਦੇ ਦਿੱਤਾ ਹੋਇਆ ਮਨੁੱਖਾ ਜੀਵਨ ਜੇ ਚਲਿਆ ਗਿਆ, ਪਰ ਉਹਨਾਂ ਦੀਆਂ ਬਰਸੀਆਂ, ਉਹਨਾਂ ਦੇ ਜਨਮ ਦਿਨ ਮਨਾਏ ਜਾਂਦੇ ਆ, ਕਿਉਂਕਿ ਜਪਿਆ ਹੋਇਆ ਉਹਨਾਂ ਨੇ। ਉਹ ਸਦੀਵ ਜਾਂ ਅਮਰ ਹੋ ਗਏ। ਤੇ ਅੰਮ੍ਰਿਤ ਨਾਮ ਕੀ ਹੈ? ਇਹ ਆਤਮਿਕ ਤੌਰ ਤੇ ਅਮਰ ਕਰ ਦਿੰਦਾ ਹੈ। ਆਤਮਾ ਪ੍ਰਮਾਤਮਾ ਵਿੱਚ ਲੀਨ ਹੋ ਜਾਂਦੀ ਹੈ। ਫਿਰ ਆ ਜਿਹੜਾ ਆਉਣ ਜਾਣ ਦਾ ਜਿਹੜਾ ਹੈ ਇਹ ਖਤਮ ਹੋ ਜਾਂਦਾ ਹੈ। ਫਿਰ ਵਾਰ-ਵਾਰ ਜਾਮੇ ਨਹੀਂ ਬਦਲੇ। ਫਿਰ ਪ੍ਰਮਾਤਮਾ ਚਾਹਵੇ ਕੋਈ ਵੱਡੀ ਜ਼ਿੰਮੇਵਾਰੀ ਦੇ ਕੇ ਭੇਜ ਸਕਦਾ, ਜਾਂ ਉਹਦੀ ਇੱਛਾ ਦੇ ਨਾਲ ਉਹ ਆਉਣਾ ਚਾਹੁੰਦਾ ਆ ਸਕਦਾ ਹੈ। ਪਰ ਕੋਈ ਫਿਰ ਕਰਮਾਂ ਦੀ ਤਾਂ ਗੱਲ ਹੀ ਨਿਬੜ ਜਾਂਦੀ ਹੈ। ਜਿੰਨਾ ਕਰਮਾਂ ਦੇ ਆਸਰੇ ਜਾਂ ਅੰਤ ਵੇਲੇ ਜਿਹੋ ਜੀ ਇੱਛਾ ਮਨ ਵਿੱਚ ਹੋਈ, ਉਧਰੋਂ ਅੰਤਲਾ ਸਾਹ ਆਵੇ ਤੇ ਮਨ ਵਿੱਚ ਸੁਰਤ ਵਿੱਚ ਕੋਈ ਐਵੇਂ ਦਾ ਸੰਕਲਪ ਆ ਜਾਏ, ਉਹਦੇ ਬੇਸ ਤੇ ਵੀ ਜਨਮ ਮਿਲਦਾ ਹੈ, ਕਰਮਾਂ ਦੇ ਆਧਾਰ ਤੇ ਜਨਮ ਮਿਲਦਾ ਹੈ। ਜਦੋਂ ਅੰਤ ਵੇਲੇ ਵੀ ਪ੍ਰਮਾਤਮਾ ਦੀ ਯਾਦ ਕੰਠ ਵਿੱਚ ਹੋਵੇ, ਕਿਆ ਜਾਨਾ ਕਿਉ ਮਰਾਂਗੇ, ਕੈਸਾ ਮਰਨਾ ਹੋਏ, ਜੇਕਰ ਸਾਹਿਬ ਮਨੋ ਨਾ ਵਿਸਰੈ ਤਾਂ ਸਹਿਲਾ ਮਰਨਾ ਹੋਏ। ਜੇ ਅੰਤ ਵੇਲੇ ਪ੍ਰਮਾਤਮਾ ਦੀ ਯਾਦ ਸਾਡੇ ਹਿਰਦੇ ਵਿੱਚ, ਰਸਨਾ ਤੇ ਕੰਠ ਵਿੱਚ ਹੈ, ਤਾਂ ਤੇਰੀ ਮੌਤ ਵੀ ਸਫਲ ਹੋਊਗੀ। ਤੈਨੂੰ ਫਿਰ ਇਹ ਨਹੀਂ ਹੋਏਗਾ ਵੀ ਤੈਨੂੰ ਹੁਣ ਕਿਹੜਾ ਜਾਮਾ ਤੇ ਕਿਹੜੇ ਜਾਮੇ 'ਚ ਜਾਣਾ ਪਏਗਾ। ਫਿਰ ਤਾਂ ਪ੍ਰਮਾਤਮਾ ਆਪਣੇ ਘਰ ਵਿੱਚ ਸਦੀਵ ਕਾਲ ਨਿਜ ਘਰ ਮਹਿਲ ਪਾਵੋ, ਸੁਖ ਸਹਿਜੇ ਬੌਰ ਨਾ ਹੋਏਵੋ। ਫਿਰ ਆ ਕੋਈ ਆਉਣ ਜਾਣ ਨਹੀਂ, ਫਿਰ ਤਾਂ ਫਿਰ ਹੀ ਮੁੱਕ ਗਿਆ। ਪ੍ਰਮਾਤਮਾ ਜਿਹੜਾ ਭਾਈ ਅਨਭਵ ਅਨਾਸ, ਮੈਂ ਬੇਨਤੀ ਕਰ ਰਿਹਾ, ਅਨਾਸ ਆੜਾ ਅੱਗੇ ਲੱਗ ਗਿਆ। ਵਾਹਿਗੁਰੂ ਤੂੰ ਵੀ ਨਾਸ਼ ਨਹੀਂ ਹੋਣਾ, ਤੇ ਜਿਹੜਾ ਤੇਰਾ ਅਨਭਵੀ ਗਿਆਨ ਹੈ ਇਹਨੇ ਵੀ ਕਦੇ ਨਾਸ਼ ਨਹੀਂ। ਇਹ ਗਿਆਨ ਵੀ ਜੁਗੋ ਜੁਗ ਅਟਲ ਹੈ, ਬਲਕਿ ਸਾਰਾ ਤੇਰਾ ਹੀ ਦਿੱਤਾ ਹੋਇਆ ਗਿਆਨ। ਆਪਾਂ ਵੀ ਜਿਹੜੀਆਂ ਆ ਸਤਿਗੁਰੂ ਗੱਲਾਂ ਬਖਸ਼ਿਸ਼ ਕਰ ਰਿਹਾ, ਬਚਨ ਬਖਸ਼ਿਸ਼, ਇਹ ਉਸ ਪ੍ਰਮਾਤਮਾ ਦਾ ਹੀ ਤਾਂ ਗਿਆਨ ਹੈ। ਉਹਨੇ ਐਡੀ ਬਖਸ਼ਿਸ਼ ਕੀਤੀ। ਮੈਂ ਕੱਲ ਸ਼ਾਮ ਦੇ ਦੀਵਾਨ 'ਚ ਬੇਨਤੀ ਕੀਤੀ ਕਿ ਵਾਹਿਗੁਰੂ ਨੇ, ਪ੍ਰਮਾਤਮਾ ਨੇ ਆਪਣਾ ਜਿਹੜਾ ਸਰਗੁਣ ਸਰੂਪ ਗੁਰੂ ਨੂੰ ਬਣਾਇਆ, ਉਹ ਨਿਰੰਕਾਰ ਹੈ। ਨਿਰੰਕਾਰ ਵਾਹਿਗੁਰੂ ਦੀ ਸਮਝ ਨਹੀਂ ਸੀ ਆ ਰਹੀ ਵੀ ਰੱਬ ਕਿਵੇਂ ਦਾ ਹੈ, ਕਿੱਥੇ ਰਹਿੰਦਾ, ਕਿਵੇਂ ਮਿਲੀਏ। ਉਸ ਨਿਰੰਕਾਰ ਵਾਹਿਗੁਰੂ ਨੇ ਫਿਰ ਆਕਾਰ ਰੂਪ ਵਿੱਚ ਗੁਰੂ ਦੇ ਰਾਹੀਂ ਆਪਣੇ ਆਪ ਨੂੰ ਪ੍ਰਗਟ ਕੀਤਾ, ਸੰਸਾਰ 'ਚ ਲੈ ਕੇ ਆਂਦਾ। ਫਿਰ ਗੁਰੂ ਨੇ 10 ਜਾਮੇ ਧਾਰਨ ਕੀਤੇ। 10 ਜਾਮਿਆਂ ਵਿੱਚ ਸੰਸਾਰ ਨੂੰ ਇਹੀ ਗੱਲ ਸਮਝਾਈ, ਵਾਹਿਗੁਰੂ ਨੇ ਸਾਰਾ ਕੁਝ ਪੈਦਾ ਕੀਤਾ, ਇਹ ਸਾਰਾ ਬ੍ਰਹਿਮੰਡ ਉਹਦਾ ਹੈ, ਉਹ ਕਿਸੇ ਆਕਾਰ ਵਿੱਚ ਨਹੀਂ, ਉਹ ਨਿਰੰਕਾਰ ਹੈ, ਸਰਬ ਜਗ੍ਹਾ ਵਿਆਪਕ ਹੈ। ਉਹਦਾ ਨਾਮ ਹੁਕਮ ਹੈ, ਹੁਕਮ ਹੀ ਨਾਮ ਹੈ। ਉਹਦੇ ਹੁਕਮ ਵਿੱਚ ਚੱਲਣ ਵਾਲੇ ਜਿਹੜੇ ਆ, ਉਹਨਾਂ ਦੇ ਅੰਦਰੋਂ ਕੂੜ ਦੀ ਦੀਵਾਰ ਟੁੱਟ ਜਾਂਦੀ ਆ, ਉਹ ਸਚਿਆਰ ਬਣ ਜਾਂਦੇ ਆ। 10 ਜਾਮਿਆਂ 'ਚ ਇਹੀ ਦ੍ਰਿੜ ਕਰਾਇਆ। ਤੇ ਇਸੇ ਕਰਕੇ ਸਾਨੂੰ ਅਖੀਰ ਤੇ ਸ਼ਬਦ ਦਿੱਤਾ ਖਾਲਸਾ। ਖਾਲਸੇ ਦਾ ਸੰਬੰਧ ਪ੍ਰਮਾਤਮਾ ਨਾਲ ਜੁੜਦਾ ਹੈ, ਵਾਹਿਗੁਰੂ ਨਾਲ ਜੁੜਦਾ ਹੈ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਇੱਕ ਓੰਕਾਰ ਤੋਂ ਗੱਲ ਸ਼ੁਰੂ ਕੀਤੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਖਾਲਸਾ ਬਣਾ ਕੇ ਕਹਿ ਦਿੱਤਾ, ਐ ਖਾਲਸਾ ਲੈ ਤੇਰੇ ਹੁਣ ਵਿਚਕਾਰ ਕੋਈ ਨਹੀਂ, ਤੇਰਾ ਸੰਬੰਧ ਸਿੱਧਾ ਪ੍ਰਮਾਤਮਾ ਨਾਲ ਜੁੜ ਗਿਆ। ਇੰਨੀ ਵੱਡੀ ਬਖਸ਼ਿਸ਼ ਕੀਤੀ ਮਹਾਰਾਜ ਨੇ। ਉਹ ਪ੍ਰਮਾਤਮਾ ਭਾਈ, ਉਹਦਾ ਨਾਮ ਜਿਹੜਾ ਗਿਆਨ, ਅਨੁਭਵੀ ਗਿਆਨ, ਉਹ ਕਿਸੇ ਕੋਲ ਗਿਆਨ ਸਿੱਖਦਾ ਨਹੀਂ, ਕੋਈ ਟੀਚਰ ਉਹਨੂੰ ਪੜਾਉਣ ਨਹੀਂ ਜਾਂਦਾ, ਬਲਕਿ ਸਾਰੇ ਟੀਚਰਾਂ ਕੋਲੇ ਉਹਦਾ ਦਿੱਤਾ ਹੋਇਆ ਗਿਆਨ ਹੈ, ਸਾਰੇ ਅਧਿਆਪਕਾਂ ਕੋਲੇ ਉਹਦਾ ਦਿੱਤਾ ਹੋਇਆ, ਸਾਰੇ ਉਸਤਾਦਾਂ ਪੀਰਾਂ ਮੁਰਸ਼ਿਦਾਂ ਕੋਲ ਉਹਦਾ ਦਿੱਤਾ ਹੋਇਆ ਗਿਆਨ ਹੈ, ਜਿਹੜੇ ਅੱਗੇ ਸੰਸਾਰ ਨੂੰ, ਮਾਨਵਤਾ ਨੂੰ ਵੰਡ ਰਿਹਾ। ਧ੍ਰਿਤ ਧਰ ਧਰਾਸ, ਧ੍ਰਿਤ ਦਾ ਅਰਥ ਹੁੰਦਾ ਧੀਰਜ, ਧ੍ਰਿਤ ਧਰ ਦਾ ਮਤਲਬ ਧਰਤੀ ਵਾਲਾ। ਪਰਮਾਤਮਾ ਧੀਰਜ ਵਾਲਾ ਹੈ, ਧਰਤੀ ਦਾ ਸਰਦਾਰ ਮਾਲਕ ਹੈ। ਧਰਾਸ ਦਾ ਅਰਥ ਹੁੰਦਾ ਉੱਚਾ ਆਸਣ, ਉਹਦਾ ਆਸਣ ਬੜਾ ਉੱਚਾ ਹੈ। ਵੈਸੇ ਤਾਂ ਕਬੀਰ ਸਾਹਿਬ ਕਹਿ ਰਹੇ ਆ, ਜੇ ਰੱਬ ਧਰਤੀ ਦਾ ਮਾਲਕ ਹੈ ਤੇ ਇਹ ਧਰਤੀ ਉਹਨੇ ਫਿਰ ਬਣਾਈ ਕਿੰਨਾ ਲਈ ਆ? ਕਬੀਰ ਧਰਤੀ ਸਾਧ ਕੀ, ਸਾਧ ਮਤਲਬ ਇੱਥੇ ਬਹੁਵਚਨ ਆ, ਕਿਉਂਕਿ ਰੱਬ ਲਈ ਬਹੁਵਚਨ ਤੇ ਗੁਰੂ ਲਈ ਬਹੁਵਚਨ ਨਹੀਂ, ਗੁਰੂ ਵੀ ਇੱਕੋ ਹੀ ਹੈ, ਰੱਬ ਵੀ ਇੱਕੋ ਹੀ ਹੈ। ਇੱਥੇ ਸਾਧ ਧੱਦਾ ਮੁਕਤਾ ਹੈ, ਬਹੁਵਚਨ ਭਾਵ ਕਿ ਉਹਨੇ ਆਪਣੇ ਰੱਬੀ ਯਾਦ ਵਿੱਚ ਜੁੜਨ ਵਾਲੇ ਪਿਆਰਿਆਂ ਲਈ ਇਹ ਧਰਤੀ ਸਾਜੀ। ਧਰਤੀ ਅਸਲ ਵਿੱਚ ਉਹਨਾਂ ਦੀ ਸੀ, ਪਰ ਹੋਇਆ ਕੀ? ਤਸਕਰ ਬੈਸੈ ਗਾਏ। ਤਸਕਰ ਦਾ ਅਰਥ ਹੁੰਦਾ ਚੋਰ। ਚੋਰਾਂ ਨੇ ਇਹ ਮੱਲ ਲਈ, ਚੋਰਾਂ ਨੇ ਇਸ ਧਰਤੀ ਤੇ ਕਬਜ਼ਾ ਕਰ ਲਿਆ। ਅੱਜ ਇੱਕ ਫਕੀਰ ਤਾਂ ਨਿੱਕੀ ਜੀ ਕੁੱਲੀ 'ਚ ਬੈਠਾ, ਚੋਰਾਂ ਨੇ ਬੜੇ ਵੱਡੇ ਵੱਡੇ ਮਹੱਲ ਛੱਤੇ ਹੋਏ। ਫਕੀਰ ਤਾਂ ਜੰਗਲਾਂ 'ਚ ਬੈਠਾ ਹੈ, ਚੋਰਾਂ ਨੇ ਬੜੇ ਵੱਡੇ ਵੱਡੇ ਘਰ ਬਣਾ ਲਏ। ਫਕੀਰ ਤਾਂ ਕਿਸੇ ਦਰਿਆ ਨਦੀ ਕਿਨਾਰੇ ਬੈਠਾ ਰੱਬ ਨੂੰ ਯਾਦ ਕਰ ਰਿਹਾ, ਚੋਰਾਂ ਨੇ ਇੰਨੇ ਵੱਡੇ ਆਪਣੇ ਜਿਹੜੇ ਘਰ ਬਣਾ ਲਏ, ਇੰਨੇ ਮਹੱਲ ਬਣਾ ਲਏ, ਇੰਨੇ ਪਾਪ ਕਰਨ ਦੇ ਵੱਡੇ ਵੱਡੇ ਅੱਡੇ ਬਣਾ ਲਏ, ਜਿੱਥੇ ਬੈਠ ਕੇ ਦਿਨ ਰਾਤ ਉਹ ਪਾਪ ਕਰ ਰਿਹਾ। ਜਿਹੜੀ ਧਰਤੀ ਰੱਬ ਦੇ ਪਿਆਰਿਆਂ ਲਈ ਪ੍ਰਮਾਤਮਾ ਨੇ ਸਾਜੀ, ਨਾਮ ਜਪਣ ਲਈ ਸਾਜੀ, ਉਹ ਚੋਰਾਂ ਦੇ ਹੱਥ ਆ ਗਈ। ਕਬੀਰ ਸਾਹਿਬ ਕਹਿੰਦੇ ਪਤਾ ਕੀ ਕਰਨਾ ਚਾਹੀਦਾ? ਅਸੀਂ ਕਹਿੰਦੇ ਆ ਕਬੀਰ ਭਗਤ ਨੇ, ਕੱਲੇ ਉਹ ਸੰਤ ਨੇ, ਸੰਤ ਨਹੀਂ, ਉਹ ਸੰਤ ਸਿਪਾਹੀ ਨੇ।
ਇਹ ਸੰਤ ਸਿਪਾਹੀ ਦਾ ਕਨਸੈਪਟ ਸ਼ੁਰੂ ਤੋਂ ਹੀ ਹੈ। ਰਵਾਬ ਨਗਾਰੇ ਦੀ ਗੱਲ, ਦੇਗ ਤੇਗ ਦੀ ਗੱਲ, ਇਹ ਸ਼ੁਰੂ ਤੋਂ ਚੱਲਦੀ ਆ ਰਹੀ ਆ। ਹਾਂ, ਸਮੇਂ ਸਮੇਂ ਤੇ ਇਹਦੇ ਰੂਪ ਬਦਲਦੇ ਰਹੇ। ਗੁਰੂ ਨਾਨਕ ਸਾਹਿਬ ਵੀ ਸੰਤ ਸਿਪਾਹੀ, ਦੇਗ ਤੇਗ, ਰਵਾਬ ਨਗਾਰਾ ਉਸ ਵੇਲੇ ਵੀ ਆ। ਆਸਾ ਹੱਥ, ਕਿਤਾਬ ਕੱਚ, ਆਸਾ ਕੀ ਆ? ਡੰਡਾ, ਡੰਡਾ ਹਥਿਆਰ। ਹਥਿਆਰ ਜਿਹੜਾ ਹੱਥ ਵਿੱਚ ਫੜਿਆ ਉਹ ਸਿਪਾਹੀ ਦਾ ਪ੍ਰਤੀਕ ਹੈ। ਲੇਕਿਨ ਜਿਹੜੀ ਕੱਚ ਕਿਤਾਬ, ਭਾਈ ਗੁਰਦਾਸ ਕਹਿ ਰਿਹਾ, ਪੋਥੀ, ਉਹ ਬਾਣੀ ਦੀ ਪੋਥੀ, ਉਹ ਇੱਕ ਸੰਤ ਦੀ ਪਰਿਭਾਸ਼ਾ ਹੈ। ਭਗਤੀ ਵੀ ਹੈ, ਸ਼ਕਤੀ ਵੀ ਹੈ, ਮਾਲਾ ਵੀ ਹੈ, ਤਲਵਾਰ ਵੀ ਹੈ। ਇਹ ਤਾਂ ਗੁਰੂ 6ਵੇਂ ਪਾਤਸ਼ਾਹ ਨੇ ਆ ਕੇ ਪ੍ਰਗਟ ਕੀਤਾ। ਉਸ ਤੋਂ ਪਹਿਲਾਂ ਵੀ ਹੈ, ਇਹ ਪਹਿਲਾਂ ਵੀ ਚੱਲਦਾ ਆ ਰਿਹਾ। ਕਬੀਰ ਸਾਹਿਬ ਕਹ ਰਿਹਾ, ਧਰਤੀ ਭਾਰਨਾ ਵਿਆਪਈ, ਉਨ ਕੋ ਲਾਹੂ ਲਾਹੇ। ਕੁਝ ਵਿਦਵਾਨ ਕਹਿੰਦੇ ਆ ਵੀ ਇਹ ਧਰਤੀ ਨੂੰ ਉਹਨਾਂ ਦਾ ਭਾਰ ਤਾਂ ਹੈ, ਲੇਕਿਨ ਉਹ ਲਾਹਾ ਹੀ ਲਾਹਾ ਪ੍ਰਾਪਤ ਕਰਦੇ ਜਾ ਰਿਹਾ। ਪਰ ਕਈ ਵਿਦਵਾਨ ਕਹਿੰਦੇ ਆ, ਕਬੀਰ ਸਾਹਿਬ ਕਹਿੰਦੇ ਆ, ਇਹੋ ਜਿਹੇ ਚੋਰਾਂ ਦਾ ਸਿਰ ਲਾ ਦੇਣਾ ਚਾਹੀਦਾ, ਜਿਨ੍ਹਾਂ ਨੇ ਇਹੋ ਜਿਹੀ ਧਰਤੀ ਤੇ, ਜਿਹੜੀ ਧਰਤੀ ਨਾਮ ਜਪਣ ਲਈ ਰੱਬ ਨੇ ਬਣਾਈ, ਨਾਮ ਜਪਣ ਵਾਲਿਆਂ ਵਾਸਤੇ ਬਣਾਈ, ਉੱਥੇ ਚੋਰ ਬੈਠ ਕੇ ਉਹਨਾਂ ਦਾ ਸਿਰ ਲਾ ਦਿਓ। ਬੜੀ ਹੈਰਾਨੀ ਹੁੰਦੀ ਹੈ ਜਦੋਂ ਕਬੀਰ ਸਾਹਿਬ ਵਰਗਾ ਸੰਤ ਸਿਰ ਲਾਉਣ ਦੀ ਗੱਲ ਕਰਦਾ, ਕਿਉਂਕਿ ਉਹ ਸੰਤ ਸਿਪਾਹੀ ਹੈ। ਉਹਦੇ ਪਿੱਛੇ ਇੱਕ ਉਪਦੇਸ਼ ਹੈ, ਇੱਕ ਵਿਚਾਰ ਵੀ ਖੜੀ ਹੈ। ਸਿਪਾਹੀ ਬਾਅਦ ਵਿੱਚ ਆ, ਸੰਤ ਪਹਿਲਾਂ। ਸੰਤ ਸਿਪਾਹੀ ਕਿਹਾ, ਦੇਗ ਤੇਗ ਹੈ, ਭਗਤੀ ਸ਼ਕਤੀ ਹੈ। ਪਹਿਲਾਂ ਭਗਤੀ, ਫਿਰ ਸ਼ਕਤੀ ਹੈ। ਅਸੀਂ ਕਹਿੰਦੇ ਆ ਮੀਰੀ ਪੀਰੀ, ਨਹੀਂ, ਅਸਲ ਵਿੱਚ ਪੀਰੀ ਮੀਰੀ ਹੈ। ਪੀਰੀ ਭਗਤੀ ਪਹਿਲਾਂ ਹੈ, ਮੀਰੀ 6ਵੇਂ ਕੰਮ ਵਿੱਚ ਆਈ ਹੈ। ਰਵਾਬ ਨਗਾਰਾ ਪਹਿਲਾਂ ਰਵਾਬ ਹੈ, ਕੀਰਤਨ ਹੈ, ਨਗਾਰਾ ਬਾਅਦ ਵਿੱਚ ਵੱਜਦਾ। ਅਸੀਂ ਥੋੜੇ ਜਿਹੇ ਉਲਟ ਕਰ ਲਏ ਵੀ ਪਹਿਲਾਂ ਸਿਪਾਹੀ ਬਣ ਗਏ, ਸੰਤ ਬਾਅਦ ਵਿੱਚ। ਤਲਵਾਰ ਤਾਂ ਚੱਕ ਲਈ, ਪਰ ਉਹਦੇ ਪਿੱਛੇ ਏਮ ਸਾਡੇ ਕੋਲ ਕੋਈ ਵੀ ਨਹੀਂ, ਵਿਚਾਰ ਸਾਡੇ ਕੋਲ ਕੋਈ ਨਹੀਂ, ਉਪਦੇਸ਼ ਕੋਈ ਨਹੀਂ, ਸਿਧਾਂਤ ਕੋਈ ਨਹੀਂ। ਚੱਕੀ ਕਿਵੇਂ ਵਾਸਤੇ? ਅੱਜ ਬੜੀ ਬਦਕਿਸਮਤੀ ਨਾਲ ਮੈਨੂੰ ਕਹਿਣਾ ਪੈ ਰਿਹਾ, ਕਈ ਵਾਰ ਇਹ ਤਲਵਾਰ ਬਿਨਾਂ ਉਪਦੇਸ਼ ਤੋਂ ਆਪਣੇ ਉੱਪਰ ਵੀ ਉੱਠ ਖੜਦੀ ਹੈ। ਜਿਹੜੀ ਜ਼ੁਲਮ ਦੀਆਂ ਜੜ੍ਹਾਂ ਪੁੱਟਣ ਵਾਸਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਕਿਹਾ ਸੀ ਨਾ, ਜਦੋਂ ਬਹੁਤਾ ਸਿਰ ਤੋਂ ਪਾਣੀ ਲੰਘ ਜਾਏ, ਜ਼ਾਲਮ ਜ਼ੁਲਮ ਕਰਨ ਤੋਂ ਹਟੇ ਹੀ ਨਾ, ਚੂੰ ਕਰ ਅਜ਼ਹਮਾ ਹੀਲ ਤੇ ਦਰਦ ਗਸਤ, ਹਲਾਲ ਅਸਤ ਬੋਦਨ ਬਾ ਸ਼ਮਸ਼ੀਰ ਦਸਤ। ਉਹ ਤਲਵਾਰਾਂ ਕਈ ਵਾਰ ਆਪਣਿਆਂ ਤੇ ਉੱਠ ਖੜਦੀਆਂ, ਉਹ ਆਪਣਿਆਂ ਨੂੰ ਹੀ। ਉਹ ਇਹ ਨਹੀਂ ਦੇਖਦੇ ਮੈਂ ਕਿਸ ਜਗ੍ਹਾ ਤੇ, ਕਿਸ ਬ੍ਰਹਮ ਸਥਾਨ ਤੇ, ਕਿਸ ਦਰ ਘਰ ਤੇ ਖੜਾ। ਇੱਥੇ ਤਾਂ ਪ੍ਰੇਮ ਪਿਆਰ ਦੇ ਨਾਲ ਸਭ ਨੂੰ ਨਵਾਜਿਆ ਜਾਂਦਾ, ਇੱਥੇ ਵੀ ਕੋਈ ਤਲਵਾਰ ਚੱਕੇ, ਇੱਥੇ ਵੀ ਕੋਈ ਡਾਂਗ ਚੱਕੇ, ਕੋਈ ਕੀ ਕਹੇਗਾ? ਕਿਉਂਕਿ ਪਿੱਛੇ ਸਿਧਾਂਤ ਕੋਈ ਨਹੀਂ, ਪਿੱਛੇ ਏਮ ਕੋਈ ਨਹੀਂ। ਇਹ ਤਲਵਾਰਾਂ ਜ਼ੁਲਮ ਦੇ ਖਿਲਾਫ ਉੱਠਣ ਵਾਸਤੇ ਦਿੱਤੀਆਂ ਸੀ। ਕਿਸੇ ਦੀ ਬੇਪਤੀ ਹੋ ਰਹੀ ਆ, ਉਹਦੇ ਖਿਲਾਫ ਉਠਾਉਣ ਵਾਸਤੇ ਸੀ। ਕੋਈ ਨਸ਼ਿਆਂ ਦਾ ਵਪਾਰ ਕਰਕੇ ਜਵਾਨੀ ਬਰਬਾਦ ਕਰ ਰਿਹਾ, ਉਹ ਜਿਹਾਂ ਦੇ ਵਿਰੁੱਧ ਇਹ ਆਵਾਜ਼ ਬੁਲੰਦ ਕਰਨ ਵਾਸਤੇ ਦਿੱਤੀ। ਤਖਤਾਂ ਦੇ ਉੱਪਰ ਚੋਰ ਬੈਠ ਜਾਣ, ਜਿਹੜੇ ਸਮਾਜ ਨੂੰ ਲੁੱਟਣ ਤੇ ਕੁੱਟਣ ਲੱਗ ਜਾਣ, ਉਹ ਜਿਹਾਂ ਨੂੰ ਤਖਤ ਤੋਂ ਲਾਉਣ ਵਾਲਿਆਂ ਵਾਸਤੇ ਇਹ ਮਹਾਰਾਜ ਸਾਹਿਬ ਨੇ ਸੰਤ ਸਿਪਾਹੀ ਦਾ ਸਾਨੂੰ ਸਿਧਾਂਤ ਦਿੱਤਾ। ਪਰ ਉਸ ਵੇਲੇ ਬੜਾ ਦੁੱਖ ਹੁੰਦਾ ਜਦੋਂ ਇਹ ਆਪਣਿਆਂ ਦੀਆਂ ਪੱਗਾਂ ਲਾਉਣ ਲੱਗ ਪੈਂਦੀ ਆ, ਆਪਣਿਆਂ ਦੀ ਇਹ ਖੂਨ ਦੀ ਪਿਆਸੀ ਬਣ ਜਾਂਦੀ ਆ। ਫਿਰ ਦੂਜਿਆਂ ਨੂੰ ਬੜਾ ਸੌਖਾ ਹੋ ਜਾਂਦਾ ਵੀ ਇਹ ਤਾਂ ਆਪਣਿਆਂ ਤੇ ਆਪਸ ਵਿੱਚ ਹੀ ਲੜ ਰਿਹਾ, ਜੋ ਉਹ ਚਾਹੁੰਦੇ ਆ, ਤੇ ਸਾਡੇ ਵੱਲ ਇਹਨਾਂ ਦਾ ਧਿਆਨ ਕਦੋਂ ਆਉਣਾ? ਕਬੀਰ ਸਾਹਿਬ ਨੇ ਜੇ ਇਹ ਸਿਰ ਲਾਉਣ ਦੀ ਗੱਲ ਕੀਤੀ ਤਾਂ ਪਿੱਛੇ ਇੱਕ ਸਿਧਾਂਤ ਖੜਾ ਹੈ, ਇੱਕ ਉਪਦੇਸ਼ ਆ ਉਹਨਾਂ ਕੋਲੇ, ਪਹਿਲਾਂ ਇੱਕ ਗਿਆਨ ਹੈ, ਇੱਕ ਗਿਆਨ ਵਿੱਚੋਂ ਇਹ ਗੱਲ ਕਰ ਰਹੇ ਆ। ਪੁਲਿਸ ਵਾਲਿਆਂ ਕੋਲੇ ਵੀ ਹਥਿਆਰ ਹੈ, ਫੌਜ ਵਾਲਿਆਂ ਕੋਲੇ ਵੀ ਹਥਿਆਰ ਹੈ, ਪਰ ਉਹਦੇ ਪਿੱਛੇ ਇੱਕ ਪਹਿਲਾਂ ਗਿਆਨ ਦਿੱਤਾ ਹੋਇਆ, ਇੱਕ ਉਹਨਾਂ ਨੂੰ ਸਿਧਾਂਤ ਦਿੱਤਾ ਹੋਇਆ। ਉਹ ਲੋਕਾਂ ਨੂੰ ਡਰਾਉਣ ਵਾਸਤੇ ਨਹੀਂ, ਲੋਕਾਂ ਦੀ ਹਿਫਾਜ਼ਤ ਵਾਸਤੇ ਹੈ। ਡਾਕਟਰ ਕੋਲੇ ਵੀ ਛੁਰੀ ਹੈ, ਡਾਕੂ ਕੋਲੇ ਵੀ ਛੁਰੀ ਹੈ। ਡਾਕੂ ਤੋਂ ਡਰ ਲੱਗਦਾ, ਡਾਕਟਰ ਤੋਂ ਡਰ ਨਹੀਂ ਲੱਗਦਾ। ਕਿਉਂ? ਕਿਉਂਕਿ ਡਾਕਟਰ ਕੋਲੇ ਇੱਕ ਗਿਆਨ ਹੈ, ਪਿੱਛੇ ਇੱਕ ਗਿਆਨ ਦੇ ਨਾਲ ਉਹ ਜੇ ਪੇਟ ਉਹਨੇ ਵੀ ਪਾੜਨਾ, ਪੇਟ ਡਾਕੂ ਨੇ ਵੀ ਪਾੜਨਾ, ਲੇਕਿਨ ਡਾਕੂ ਨੇ ਬਿਨਾਂ ਕਿਸੇ ਗਿਆਨ ਤੋਂ ਜਿੱਥੇ ਉਹਦੇ ਸਮਝ ਆਈ ਮਾਰ ਕੇ, ਲੁੱਟ ਪੁੱਟ ਕੇ, ਜਾਨ ਤੋਂ ਵੀ ਨਿਕਾਰਾ ਕਰਕੇ ਉਹਨੇ ਸਭ ਕੁਝ ਲੈ ਜਾਣਾ। ਡਾਕਟਰ ਨੇ ਵੀ ਪੇਟ ਪਾੜਨਾ, ਕਈ ਵਾਰ ਜ਼ਿਆਦਾ ਪਾੜ ਦਿੰਦਾ, ਕਿੰਨੇ ਕਿੰਨੇ ਟਾਂਕੇ ਲੱਗਦੇ ਆ, ਪਰ ਉਹ ਪੇਟ ਪਾੜਨ ਤੋਂ ਬਾਅਦ ਵੀ ਇੱਕ ਨਵੀਂ ਜ਼ਿੰਦਗੀ ਦੇ ਦਿੰਦਾ ਹੈ। ਅੰਦਰ ਕੋਈ ਨਿਕਾਰਾ ਅੰਗ ਹੋਵੇ ਉਹਨੂੰ ਬਾਹਰ ਕੱਢ ਦਿੰਦਾ, ਕੋਈ ਅੰਦਰ ਜ਼ਹਿਰ ਫੈਲ ਰਹੀ ਹੈ ਉਹਨੂੰ ਬਾਹਰ ਕੱਢ ਦਿੰਦਾ ਤੇ ਇੱਕ ਨਵਾਂ ਜੀਵਨ ਦੇ ਦਿੰਦਾ। ਹੁਣ ਹਥਿਆਰ ਕੋਈ ਚੱਕਣਾ ਮਾੜੀ ਗੱਲ ਨਹੀਂ, ਲੇਕਿਨ ਹਥਿਆਰ ਚੱਕਣ ਤੋਂ ਪਹਿਲਾਂ ਇੱਕ ਸਿਧਾਂਤ ਹੋਣਾ ਚਾਹੀਦਾ, ਇੱਕ ਉਪਦੇਸ਼ ਹੋਣਾ ਚਾਹੀਦਾ, ਇੱਕ ਉਹਦੇ ਪਿੱਛੇ ਉੱਚੀ ਤੇ ਸੁੱਚੀ ਵਿਚਾਰ ਹੋਣੀ ਚਾਹੀਦੀ ਹੈ। ਜਿਸ ਵਿਚਾਰ ਦੇ, ਜਦੋਂ ਉਹ ਵਿਚਾਰ ਦੇ ਵਿੱਚ ਸਾਡੇ ਕੋਲੇ ਸ਼ਸਤਰ ਹੋਏਗਾ, ਫਿਰ ਕੋਈ ਸੰਤ ਸਿਪਾਹੀ ਸਾਨੂੰ ਕਹੇਗਾ ਤੇ ਠੀਕ ਲੱਗੇਗਾ। ਉਹਦੇ ਪਿੱਛੇ ਇੱਕ ਸਿਧਾਂਤ ਗੁਰਮਤਿ ਅਨੁਕੂਲ ਹੋਵੇ। ਜੇ ਬਿਨਾਂ ਸਿਧਾਂਤ ਤੋਂ, ਬਿਨਾਂ ਉਪਦੇਸ਼ ਤੋਂ, ਬਿਨਾਂ ਗਿਆਨ ਤੋਂ, ਬਿਨਾਂ ਹੋਸ਼ ਤੋਂ, ਕੱਲੇ ਜੋਸ਼ ਨਾਲ ਅਸੀਂ ਚੱਕਾਂਗੇ ਤੇ ਆਪਣਾ ਵੀ ਸਿਰ ਨੀਵਾਂ ਹੋਏਗਾ, ਕੌਮ ਦਾ ਸਿਰ ਵੀ ਨੀਵਾਂ ਹੋਏਗਾ।
इसलिए महाराज कहते हैं, यह धरती का मालक परमात्मा है। परमात्मा सतगुरु राही वरत रहा है, अपने दर का सिद्धांत समझा रहा, अपने दर की सोझी दे रहा, अपने दर का ज्ञान दे रहा। वो किवें दा है, किवें खुश हुंदा, कित्थे रहिंदा, की काम कर, ये सारियां गल्लां गुरु दे राही सतगुरु परमात्मा समझा रहे आ। ते वो बड़े उच्चे आसन वाला है, ओदे तो उच्चा आसन किसी का नहीं। आ जान बाहो, आ जान दा अर्थ हुंदा जगत रचना दे सारे वसीले परमात्मा दे हथ विच ने। बाहो दा अर्थ हुंदा रखण वाला। कुछ विद्वान कह रहे हैं वाहिगुरु दीयां बाहां च बड़ी ताकत है। आ जान बाहो, ओदियां बाहां च इन्नी ताकत है, कमजोर नहीं ओदियां बाहां। भुज बल वीर ब्रह्म सुख सागर, गरत परत कह लियो अंगरिया। ओ तां इन्ना ताकतवर है, जे कोई विकारां दे टोयां विच डिग पए, बुरी तरह डिग पए, नशियां दे टोयां च डिग पए, होर औगणां दे टोयां च डिग पए, इन्नी ताकत ओदियां बाहां च, ਉਹਨੂੰ ਬਾਹ ਤੋਂ ਫੜ ਕੇ ਟੋਏ ਚੋਂ ਬਾਹਰ ਕੱਢ ਲੈਂਦਾ। ਇੰਨੀ ਤਾਕਤ ਹੈ। ਤੇ ਜੇ ਅੱਜ ਆਪਣੇ ਮਨ 'ਚ ਝਾਤ ਮਾਰ ਕੇ ਵੇਖਿਓ, ਜੇ ਅਸੀਂ ਕਿਸੇ ਵੀ ਟੋਏ 'ਚ ਡਿੱਗਿਆ, ਜਿਵੇਂ ਭਾਈ ਮੰਝ ਨੇ ਕਿਹਾ ਸੀ, ਪਾਤਸ਼ਾਹ ਮੈਨੂੰ ਕਿੰਨੇ ਕੁ ਖੂਹਾਂ 'ਚੋਂ ਕੱਢੋਗੇ। ਪਹਿਲਾਂ ਇੱਕ ਚੌਧਰਪੁਣੇ ਦੇ ਖੂਹ 'ਚੋਂ ਕੱਢਿਆ, ਫਿਰ ਕਬਰਾਂ ਪੂਜ ਰਿਹਾ ਸੀ ਉਸ ਖੂਹ 'ਚੋਂ ਕੱਢਿਆ, ਫਿਰ ਲੋਕ ਕੀ ਕਹਿਣਗੇ, ਲੋਕ ਲੱਜਿਆਂ ਦੇ ਖੂਹ 'ਚੋਂ ਕੱਢਿਆ, ਅੱਜ ਮੈਨੂੰ ਇਸ ਖੂਹ 'ਚੋਂ ਕੱਢਿਆ, ਹੋਰ ਕਿੰਨੇ ਕੁ ਖੂਹਾਂ 'ਚੋਂ ਕੱਢਣਾ। ਮਹਾਰਾਜ ਕਹਿੰਦੇ ਬਸ ਜਿੰਨਾ 'ਚੋਂ ਕੱਢਣਾ ਸੀ ਕੱਢ ਲਿਆ, ਹੁਣ ਤੈਨੂੰ ਖੂਹ 'ਚੋਂ ਕੱਢਣ ਵਾਲਾ ਬਣਾ ਦਿੱਤਾ। ਜਾਂ ਸਿੱਖੀ ਦਾ ਪ੍ਰਚਾਰ ਕਰ, ਤੈਨੂੰ ਨਾਮ ਦੀ ਦਾਤ ਦਿੱਤੀ, ਜਿਹੜੇ ਤੈਨੂੰ ਕਿਸੇ ਵਿਕਾਰਾਂ ਦੇ, ਕੋਈ ਔਗਣਾਂ ਦੇ, ਕੋਈ ਮਨਮਤ ਦੇ, ਕੋਈ ਹੋਰ ਇਹੋ ਜਿਹੀਆਂ ਗੱਲਾਂ ਦੇ ਟੋਇਆਂ 'ਚ ਡਿੱਗਾ ਮਿਲਿਆ, ਉਹਨੂੰ ਸ਼ਬਦ ਦਾ ਪੱਲਾ ਫੜਾਈ ਤੇ ਉਹਨੂੰ ਵੀ ਟੋਏ 'ਚੋਂ ਬਾਹਰ ਕੱਢ ਲਈ। ਏਦਾਂ ਦਾ ਹੈ ਪਰਮਾਤਮਾ। ਉਹ ਕਮਜ਼ੋਰ ਨਹੀਂ ਭਾਈ, ਉਹ ਤਾਂ ਹਸਤ ਅਲੰਬਨ ਦੇ ਪ੍ਰਭ ਗਰਤੇ ਉਦਰ ਗੋਪਾਲ। परमात्मा जिहड़ा है, अलंबन का अर्थ हुंदा आसरा, हस्त अलंबन हथ का सहारा, गरतो का मतलब टोए तो, ते उधर कढ लै परमात्मा, मैनू अपने हथ का सहारा दे, हे गोपाल धरती के मालक, मैनू हथ का सहारा दे ते मैनू विकारां दे टोए विचों बाहर कढ ला। मारे कहंदे अरदास करो। असीं किसी ना किसी टोए च तां डिगे होए ना, इसलिए सानू कई बार टोए विच बंदा होवे, उहनूं आवाज़ नहीं सही सुणदी। ਅਸੀਂ ਟੋਇਆਂ 'ਚ ਇੰਨੇ ਡਿੱਗ ਪਏ, ਸਾਨੂੰ ਗੁਰੂ ਹਰ ਰੋਜ਼ ਪੁਕਾਰ ਪੁਕਾਰ ਕੇ ਖੜਾ ਪੁਕਾਰਿਆ, ਪਤੜੀ ਬੇੜਾ ਕਪਰਵਾਤ। ਗੁਰੂ ਤਾਂ ਸੰਸਾਰ ਦਰਿਆ ਦੇ ਕਿਨਾਰੇ ਤੇ ਖੜਾ ਉੱਚੀ ਉੱਚੀ ਪੁਕਾਰ ਕੇ ਕਹਿ ਰਿਹਾ, ਭਾਈ ਆਹ ਵੇਖ ਵਿਕਾਰਾਂ ਦੀਆਂ ਲਹਿਰਾਂ ਕਿੰਨੀਆਂ ਉੱਚੀਆਂ ਉੱਠ ਰਹੀਆਂ, ਮੈਨੂੰ ਲੱਗਦਾ ਤੇਰੀ ਬੇੜੀ ਨੇ ਡੁੱਬ ਜਾਣਾ ਹੈ। ਬਚ ਸੰਭਲ, ਆ ਮੈਂ ਤੈਨੂੰ ਸਲਾਹ ਦੇਵਾਂ, ਤਰ ਜਾਏਗਾ, ਨਹੀਂ ਤਾਂ ਇੱਥੇ ਮੈਂ ਬੜੀਆਂ ਬੇੜੀਆਂ ਡੁੱਬਦੀਆਂ ਵੇਖੀਆਂ, ਕਿਤੇ ਤੇਰੀ ਵੀ ਨਾ ਡੁੱਬ ਜਾਏ। तेरी बेड़ी डगमगा रही है, हमारी बेड़ी पाप भरी है, पवन लगे मत जाए। इन्नी बेड़ी औगणा नाल भर गई, माड़ा जिहा भी हवा का बुला वजिया ने डुब जाना। ते सतगुरु नूं तरस है भी किते डुब ना जाए। मैं डुबिया नूं कढण आया, गुर तार तार नहारिया। अरदास करो, गुर तार तार नहारिया। सतगुरु सानू तार, तू तार नहारा है, तू इन्ना क तार नहारा है, तू तो गुरुद्वारे भी तरन तारण साहब के नाम से बना दिते। ਉਹਦੇ एक टोबा सी, महाराज जो जान लगे गुरु अर्जन देव पातशाह, किसी ने कहा सतगुरु अगे ना जाओ, थां बड़ी डुबू है, बड़े डुबे इत्थे, बड़े डुबया। महाराज कहते कोई नहीं, अज तो नहीं किसी नूं डुबेगी, अज तो तरन ताਰਨ बनेगी। जेड़ा आएगा तरेगा, वो डुबदा नहीं कोई। ते ये तां संकेत दिते आ, क्योंकि सानू वाहिगुरु नाम जहाज है, सानू वो जहाज वाहिगुरु के नाम का दिता, सानू वो बेड़ी पातशाह ने बख्श दी, जिस बेड़ी दे विच बैठ के, नाम की बेड़ी च बैठ के अणगिणत जीव तर गए। ते जे असीं उस बेड़ी च, आ गुरु साहब वही बेड़ी लैके खड़े होए आ, ते जेड़ा इस नाम बेड़ी च बैठ जाएगा भाई, वो भी तर जाएगा। इसलिए अरदास करया करो, सतगुरु दीन दयाल भरोसे तेरे, सब परिवार चढ़ाया बेड़े, जब सुभावै ता हुक्म मनावै, इस बेड़े को पार लंघावे, इस बेड़े नूं पार लंघा दिओ। यही अरदास है। अंधकूप में पतत विकराल, नानक काढ़ लिहो प्रभ दयाल। तो इन्ना दयालु है, जेड़ा ये अज्ञानता दा, औगणा दा, विकारां दा अंधकूप, इन्ना अंध गुबार है, कुछ नजर ही नहीं आ रहा। इदां दे अंध धुंध टोयां दे विच जेड़े धक्के धौले खा रहे आ, गुरु साहब कहते अरदास कर परमात्मा, गुरु दे राही तेरी बांह फड़ के कढ लेगा। सतगुर शब्द हजारों दीपा, तेनू गुरबाणी इस जग में चानण, तेनू इहो जिहा नाम का चानण, बाणी का चानण, वो दीवा, वो मिसाल गुरु दे देगा, जिहदे नाल तू आप दा की ठोकर खानी, जेड़ा तेरे नाल चल पिया ओनू भी ठोकरां तो बचा लेगा। ऐसी बख्शिश एको सदा हो।
सदा ही को एक है, सतगुर मेरा सदा सदा, ना आवे ना जाए ओ विनाशी पुरख है, सब में रहा समाए। वो एक है और सदीव काल है, एक तो बिना होर कोई नहीं, ते वो परमात्मा ना नाश होने वाला है, वो अविनाशी है, उन्हें कदे खत्म नहीं होना, ना उन्हें खत्म होना है, ना उस परमात्मा के स्वरूप सतगुरु ने खत्म होना है। ये भी जुगो जुग अटल। ओंकार आद, हर थां एक रस व्यापक है, आद तू सब दा मुढ़ है परमात्मा, ये सारा कुछ तुसी ही पैदा किया है, सारिया ताकतां तुसी पैदा कीतियां ने, तुहाडे तो बिना इत्थे कुछ भी नहीं। सब देवी देवते गुरु पीर पैगंबर औलिए पीर फकीर जोगी जिन्ने भी आए, सन्यासी आए, जंगम आए, श्रेवड़े आए, सारियां नूं तू भेजिया। भगवान रामचंद्र आए, भगवान कृष्ण जी आए, मुहम्मद साहब आए, ईसा जी आए, जिन्ने भी आए, हजरत मूसा जी आए, सब तो ही भेजिया। धन गुरु नानक दे पातशाह दे रूप विच तुसीं आप आ गए, तुसीं आप आ गए गुरु नानक दे रूप विच, बाकी सब नूं तुसीं भेजिया। सब कुछ वाहिगुरु तुसीं बनाया, ओहदे आद दा किसे नूं पता नहीं, कथनी अनाद परमात्मा, कथनी राही तेरा मुंड भी नहीं लभ्या जा सकदा। असीं कथन जरूर कर रहे हां, तू गुरु राही सानूं इन्ने क शब्द बख्शिश कर दिते कि असीं कथा कर रहे हां, कथा सुन रहे हां, व्याख्या तो रब की कर रहे हो, गुण गा रहे हैं असी। पर जे आप कहिए भी कथ 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 के असीं उहदा अंत लभ लांगे, कथना कथी ना आवे तोट, कथ कथ कथी कोटि कोट कोट, ये कथ कथ के उहदा अंत नहीं लभ्या जा सकदा, इन्ना बेअंत है, अनाद, ना कोई तेरा जेड़ा है ये अंत लभ सकदा है, ना कोई तेरा आद लभ सकदा है। ये परमात्मा सृष्टि कदों दी बनी? गुरु नानक साहब ने कहा सी, ये सवाल है जपजी साहब, कवन सुवेला वक्त कवन, कवन थित कवन वार, कवन सिरुति माहो कवन, जित हो आकार। एक सवाल आया भी ये कदों बनया सब कुछ, ये समा थित वार, ये धरती ये कदों बने? मारे कहंदे इनू दसन लगे वेल ना पाईया पंडिती, ते उन्होंने भी दसिया लिखन लेख प्राण, वेद ना पाईया पंडिती, जो होगा लेख प्राण, वक्त ना पायो कादियां, काजियां नूं वक्त दा नहीं पता कदों ये परमात्मा ने समा बनाया। जे लिखन लेख कुरान, थित वार ना जोगी जाना है, जोगी कहना ज्ञान बहुत है साडे कोले, पर थित वार कदों बनी, थित तरीक कदों बनी, वार कदों बने, किसी नूं कुछ नहीं पता। थित वार ना जोगी जाना है। महाराज साहब कहते आ रुत माहो ना कोई, ना किसी नूं रुत्तां दा पता। फिर गुरु नानक साहब तुसीं दसो कदों बनया, तुसीं दस दिओ, ये ना जोगियां नूं पता, ना ये काजियां नूं पता, ना ये पंडितां नूं पता, तुसीं तां दसो। सतगुरु कहंदे मैं भी नहीं दस सकदा, जा करता सिर ठीक हो साजे आपे जाने, सोई जिने ये भाई सृष्टि साजी वो आप ही जानदा, ਉਹਦੇ बारे दसना औखा। निरंकार प्रभ सदा सलामत कह ना सके को तू कद का, वो सलामत वाहिगुरु परमात्मा नूं कोई नहीं दस सकदा कदों दा है, कदों दा है। खल खंड ख्याल, खल दा अर्थ हुंदा मूर्ख, खंड दा अर्थ हुंदा टोटे कर देण वाला, ख्याल दा अर्थ हुंदा फुरने। परमात्मा एडा शक्तिशाली है, जे ਉਹਦੇ एक बचन नाल एडा ब्रह्मांड सिरजिया गया, ਉਹਦੇ फुरनियां विच भी बड़ी ताकत है। ਉਹਨੂੰ जे फुरना आ जाए ना भी ये पापी, ये मूर्ख ਜਿਹੜੇ ਧਰਮੀ ਲੋਕਾਂ ਨੂੰ ਤੰਗ ਕਰ ਰਿਹਾ, समाज ਨੂੰ परेशान कर रहा, एक फुरने विच ही ਉਹਨਾਂ मूर्खां पापियां ਦੇ टुकड़े कर ਦਿੰਦਾ। ਜਦੋਂ फुरना ही आ गया, ਉਹਨੇ एक्शन कोई नहीं किया, सिर्फ सोचिया हले मन विच, सोचण दे नाल ही ਉਹਨਾਂ ਦਾ मलिया मेट हो जाता। इन्नी ताकत है उस वाहिगुरु के अंदर, एक फुरने नाल दुष्टां दा नाश कर दिंदा है। गुर बर अकाल, गुर बर दा अर्थ हुंदा बहुत वड्डे बल वाला, अकाल काल तो रहत, वाहिगुरु तू बहुत वड्डे बल वाला है ते तू मौत तो रहत है। बर दा अर्थ श्रेष्ठ भी है, तू सब तो श्रेष्ठ है, सब तो वड्डा है, सब तो उत्तम है, सब तो उच्चा है। इसे करके तो सारियां नूं पाल रहे ना, इसे करके सारियां नूं चला रहा, अपने सेवकां दीयां भावनावां सारियां तू पूरीआं करदा। घर घर प्रणाम, तू वड्डा, तां ही तैनूं हर घर विच नमस्कार हो रही है। ते गुरु नानक साहब ने भी तां यही सिद्धांत लागू किया, घर घर अंदर धर्मसाल होवे कीर्तन सदा वसोआ। यह सिद्धांत लागू होया, फिर होया कि घर घर बाबा गावी है, वजन ताल मृदंग बाबा, सारे धनां विच, घर भाव हिरदियां विच, सारे हिरदियां विच अज गुरु नानक दे राही उस परमात्मा दे गुण गाए जा रहे, उस वाहिगुरु दीयां सिफतां कीतियां जा रही, क्योंकि गुरु गोबिंद सिंह साहब कह रहा घर घर प्रणाम, हर घर विच तैनूं नमस्कार।
ਭਾਵ हर घर हिरदे विचों तेनों नमस्कारां निकलदियां, नमस्कारां हो रही परमात्मा तू एडा बेअंत गए, तेनों मुसलमान अपने तरीके नाल सजदा करदे, तेनों सनातनी वीर अपने तरीके नाल मत्था टेक रहा, तेनों ईसाई लोग अपने हिसाब नाल मत्था टेक रहा, तेनों बोधी मत्थे टेक रहा, तेनों जैनी मत्थे टेक रहा, जिन्ने भी इस दुनिया के धर्म ने सारे धर्मां वाले किसी ना किसी तरीके मत्था तेनों टेक रहे, तेनों नमस्कारां कर रहे हैं। तू एडा बेअंत है, एडा विशाल है, चित चरण नाम। सतगुरु कहते हैं परमात्मा भाई जिहड़ा है जीवां दे दिलां दे विच चेते विच उहदा नाम रहिंदा है, चाहे कोई किड्डा ही पापी है नास्तिक वह भी गाहे बगाहे कह ही दिंदा भी रब आपे वेखूगा, रब ने जो करना उन्हें आपे ही कर देना, जो रब की मर्जी चेते तो है ना, ਇਹ ਤਾਂ नहीं ना भी ਉਹਨੂੰ दसना पेगा भी एक रब भी है भाई, एक रब हुंदा है, एक रब आए करदा, ਇਹ ਤਾਂ नहीं ना ਉਹਨੂੰ पता है, ना ਤਾਂ जाणदा है, ਉਹਨਾਂ ਦੇ ਵੀ ਚੇਤੇ ਵਿੱਚ है, क्योंकि वाहिगुरु ਦੇ ਚਰਨਾਂ ਵਿੱਚ ਰਹਿਣ ਦਾ ਆਪਣਾ ਹੀ ਆਨੰਦ है। चेते चित चरण नाम, परमात्मा दे नाम रूपी चरण जदों चित विच वस जाण, फिर कबीर साहब कहते मेरे बसे, इसलिए मैं क्या कबीर सुरग नरक ते मैं रहियो, हुण मैनूं सुरग नरक की परवाह नहीं, सतगुर के प्रसाद चरण कमल की मौज में रहो अंत और आद, कबीर चरण कमल की मौज में मौज को कह कैसे अनुमान, कहबे को शोभा नहीं देखा ही परवाह, इन्ने चरण कमलों की मौज है। कबीर साहब ताही तां यही अरदास है, राज ना चाहूं मुक्त ना चाहूं मन प्रीत चरण कमलारे, चरणों की प्रीत बख्श सानू परमात्मा। अनछिज गात, गात का अर्थ हुंदा शरीर, वाहिगुरु तेरा शरीर कदे अनछिज, छिज मतलब कमजोर होना, पुराना होना, तेरा जिहड़ा शरीर तेरी हस्ती तेरी होंद है ना कदे भी पुरानी नहीं होनी, ये सदैव काल एको जी रहनी है, कमजोर नहीं होना। आज जितना बात आज इसका अर्थ हुंदा मुथाज, परमात्मा जिहड़ा है भाई वो किसी भी गलों किसी का मुथाज नहीं है, किसी भी गल तो किसी भी गल तो मुथाज नहीं। दूजी गल वो कदे कमजोरां दी गल नहीं करता, वो करके जुरअत जमाल है, कमजोरां वाली गल नहीं करता, बड़ी जुरत नाल गल करता, क्योंकि मुथाज की कोई नहीं है। वड्डियां वड्डियां नूं वो बड़ी जुरत नाल गल करता। अनझंझ गात, अनझंझ का मतलब हुंदा कांबा छिड़ जाना, डोल जाना, बखेड़ियां झगेड़ियां दे विच डोल जाना। परमात्मा तू डोलण वाला नहीं, सारे झगड़े झमेलियां तो उतां है, निर्लेप है, कोई तेरे ते असर नहीं है। अनरंज बात, रंज का मतलब हुंदा गुस्सा, वाहिगुरु तेरी किसी गल विच गुस्सा नहीं आउंदा, तेनू जीव दी किसी गल ते गुस्सा नहीं आउंदा, तेनू तेरी किसी गल ते कोई गुस्सा नहीं, तू गुस्से वाली गल ही नहीं करता, और जीवां दी किसी गल ते तू गुस्सा नहीं करता। गुस्से तो रहता, गुस्सा है ही नहीं, मिठ बोलड़ा जी हर सज्जन स्वामी, वो मिठे बोल बोलदा हर वेले। अन टुट भंडार, तेरे खजाने जिहड़े आ ना मुकण वाले आ, देंदा दे लैंदे थक पाए जुगां जुगांतर, खाही खाए भरे भंडार अखूट रतोल, तेरे खजाने भी मुकण वाले नहीं। एक बारी तू बनाया सारा संसार उस तरह वरत रहा है, अनठट अपार, जो किसी का कायम किया होया नहीं, तू किसी का कायम किया नहीं। परमात्मा तू अपने आप को ही स्वै प्रकाश है, अपनी ताकत के नाल तू अपने आप को जिहड़ा है कायम किया, तू बनाया है, साजिया है। आडीठ धर्म, आडीठ का मतलब होंदा अणदिस, हे अकाल पुरख तेरा कानून मर्यादा गुप्त तौर पर काम कर रहा, जे कोई दिखावे दिसदा नहीं, पर जिन्हों इस कानून दे विचों लंघना पैंदा उन्होंने जरूर एहसास हो जाता। एहसास करा दिंदा, उन्हें रावण नूं भी कराता, हरनाक्ष नूं भी कराता, कंस नूं भी कराता, वड्डे वड्डे हंकारियां नूं उन्हें करा दिता। अत ढीठ कर्म, परमात्मा जेड़े तेरे कर्म ने बहुत सहज वाले ने, वाहिगुरु तेरे काम जेड़े ने बड़े साहस उत्साह देने वाले ने। हर काम दे विच जदों कोई तेरे राह ते चलदा, एक नवीं रूह फूक दिना तू अंदर, डिगे हुए ढट्ठे हुए दिल खलो जांदे आ, तेरी एडी बख्शिश अनबरण अनंत। अनबरण का अर्थ हुंदा जिसनूं जख्म ना कोई दे सकदा ते ना जख्म उहदे हो सकदा, उहदा आकार ही नहीं, जख्म कोई की देगा, बल्कि सारियां दे जख्मां नूं वो तंदुरुस्त करने वाला है। परमात्मा जेड़ा है भाई उहदे उत्ते कोई वार करके जख्म नहीं कर सकदा। तू बेअंत है, दाता महंत, महंत का अर्थ हुंदा वड्डा, तू बहुत वड्डा है परमात्मा, इन्ना वड्डा है कि तेरे इस वड्डे दियां असीं हर रोज वड्याइयां करदे हां, पर अंत कोई नहीं। बस इन्ना तां सानूं पता लग गया, वड्डे कियां वड्याइयां किछ कहना कहन ना जाए, सो करता कादर करीम दे जियां रिजक समाए, साई कार कमावनी तुर छोड़ी ते न पाए। अखीर ते क्यों ना
ਤੇ ਅਸੀਂ ਉਸ ਵੱਡੇ ਦੀਆਂ ਵਡਿਆਈਆਂ ਕਰਦੇ ਕਰਦੇ ਵੱਡੇ ਵਿੱਚ ਸਮਾ ਜਾਂਦੇ ਹਾਂ। ਅੰਤ ਨਹੀਂ, ਉਹਦੇ ਵਿੱਚ ਸਮਾ ਜਾਂਦੇ ਆ। ਇਹ ਭਾਈ ਉਸ ਪਰਮਾਤਮਾ ਦੀ ਇੱਕ ਵਿਲੱਖਣ ਬਾਤ ਹੈ। ਸਤਿਗੁਰੂ ਉਸ ਪਰਮਾਤਮਾ ਦੇ ਸਿਫਤਾਂ ਤੋਂ ਸਾਨੂੰ ਜਾਣੂ ਕਰਾ ਰਹੇ ਆ। ਇਸ ਕਰਕੇ ਕਰਾ ਰਹੇ ਆ ਕਿ ਉਸ ਪਰਮਾਤਮਾ ਦੇ ਗੁਣ ਤੇ ਸਿਫਤਾਂ ਸੁਣ ਸੁਣ ਕੇ ਸਾਡੇ ਸਾਰਿਆਂ ਦੇ ਮਨ ਵਿੱਚ ਉਸ ਵਾਹਿਗੁਰੂ ਨੂੰ ਮਿਲਣ ਦੀ ਤਾਂਘ ਪੈਦਾ ਹੋ, ਉਸ ਪਰਮਾਤਮਾ ਨੂੰ ਮਿਲਣ ਦਾ ਚਾਅ ਪੈਦਾ ਹੋ ਜਾਏ। ਤੇ ਉਹ ਚਾਅ ਨੇ ਹੀ ਰਾਹ ਬਣਾਉਣੀ ਹੈ, ਤੇ ਉਸ ਚਾਅ ਵਿੱਚ ਜਦੋਂ ਤੁਰਾਂਗੇ ਉਹ ਚਾਅ ਸਾਨੂੰ ਪਰਮਾਤਮਾ ਤੱਕ ਲੈ ਜਾਏਗਾ। ਏਦਾਂ ਦਾ ਚਾਹ ਮਨ ਚ ਪੈਦਾ ਹੋਵੇ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ, ਦਿਨ ਰਾਤ ਨਾਨਕ ਚਾਹੋ। ਇਹ ਚਾਹ ਸਾਨੂੰ ਵਾਹਿਗੁਰੂ ਨਾਲ ਮਿਲਾਏਗਾ। ਸਤਿਗੁਰੂ ਕਿਰਪਾ ਕਰਨ, ਸਾਡਾ ਤੁਹਾਡਾ ਸਾਰਿਆਂ ਦਾ ਉਸ ਵਾਹਿਗੁਰੂ ਨਾਲ ਮਿਲਾਪ ਹੋਵੇ, ਜਿਸ ਕਰਕੇ ਇਹ ਜੀਵਨ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੇ ਭਾਗੀ ਬਣ ਸਕੀਏ। ਤਮਾਮ ਭੁੱਲਾਂ ਚੁੱਕਾਂ ਦੀ ਖਿਮਾ ਦੇਹੋ ਸੱਜਣ ਅਸੀਸੜੀਆਂ ਜੋ ਹੋਵੇ। ਸਾਹਿਬ ਸੋ ਮੇਲ। ਸਾਰੀ ਸੰਗਤ ਆਨੰਦ ਸਾਹਿਬ ਦੀ ਬਾਣੀ ਚ ਰਸਨਾ ਪਵਿੱਤਰ ਕਰੋ। ਫਿਰ ਅਰਦਾਸ ਬੇਨਤੀ ਵਿੱਚ ਜੁੜਾਂਗੇ। ਆਨੰਦ ਸਾਹਿਬ ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਈਆਂ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ।